ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦਾ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦਾ। ਤਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਵੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂਧੈ ਸਾਹੂ। ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅੰਗਦ ਅਰਵਿੰਦ ਪਦ ਆਨੰਦ ਕੰਦ ਮੁਕੰਦ। ਘਰ ਪਰ ਘਰ ਸਿਰ ਨਮਿ ਕਰ ਕਰਨ ਹਰਨ ਦੁਖ ਦੁੰਦ। ਸ੍ਰੀ ਅੰਗਦ ਅਰਵਿੰਦ ਪਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪਾਂ ਸਮੂਹ ਅਤ ਵੱਡ ਭਾਗੇ ਆਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਆਂ। ਸਤਿਗੁਰਾਂ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਤੀਨ ਪਹਿਰ ਜਬ ਬੀਤੇ ਜਾਨ ਕਥਾ ਸੁਨਹਿ ਗੁਰ ਹਿਤ ਚਿਤ ਠਾਨ। ਦੇ ਮਹਾਵਾਕਾਂ ਅਨੁਸਾਰ ਆਪਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਸ਼ਮੇਸ਼ ਦਰਬਾਰ ਜੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਿਮਾ ਵਡਿਆਈ ਜੋ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਾਵ ਰਚਨਾ ਦੇ ਵਿੱਚ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਾਹਿਬ ਜੀ ਵਿੱਚ ਮਹਾਰਾਜ ਜੀ ਦੇ ਕੌਤਕ ਕਾਵ ਰਚਨਾ ਵਿੱਚ ਵਰਣਨ ਕੀਤੇ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੌਤਕ ਵਿਚਾਰਦੇ ਹੋਏ ਲੜੀਵਾਰ ਕਥਾ ਵਿਚਾਰ ਜੋ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਮਹਾਰਾਜ ਦੇ ਪਿਤਾ ਸਤਿਕਾਰਯੋਗ ਬਾਬਾ ਕਲਿਆਣ ਚੰਦ ਜੀ ਜੋ 20 ਰੁਪਏ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਅਤੇ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਥੀ ਹਨ ਭਾਈ ਬਾਲਾ ਜੀ ਉਹਨਾਂ ਨੂੰ 20 ਰੁਪਏ ਦੇ ਕੇ ਇੱਕ ਵਪਾਰ ਕਰਨ ਵਾਸਤੇ ਭੇਜਦੇ ਆ ਵੀ ਉਹ ਵਪਾਰ ਕਰਨਾ ਹੈ ਜਿਸ ਦੇ ਵਿੱਚ ਬਹੁਤਾ ਨਫਾ ਹੋਵੇ। ਦੇਖ ਕੇ ਵਪਾਰ ਕਰਕੇ ਆਓ। ਜਿੰਨੀ ਵੀ ਉਹ ਵਫਾ ਹੋਵੇਗਾ ਉਹ ਵਾਧਾ ਹੋਵੇਗਾ ਉਹ ਨਫਾ ਹੋਵੇਗਾ
ਉਹ ਸਾਰਾ ਪੁੱਤਰ ਤੂੰ ਆਪਣਾ ਸਾਂਭ ਕੇ ਰੱਖੀ। ਇਸ ਤਰ੍ਹਾਂ ਦੀਆਂ ਧਨ ਕਮਾਉਣ ਦੀਆਂ ਬਹੁਤ ਜ਼ਿਆਦਾ ਸਿੱਖਿਆ ਦਿੰਦਾ ਦਿੰਦਾ ਬਾਬਾ ਕਲਿਆਣ ਚੰਦ, ਜੋ ਰਾਏ ਭੋਜ ਦੀ ਤਲਵੰਡੀ ਨਗਰ ਹੈ, ਮਹਾਰਾਜ ਨੂੰ ਤੋਰਦਾ ਹੋਇਆ ਨਾਲ ਸਿੱਖਿਆ ਦਿੰਦਾ ਜਾਂਦਾ ਹੈ। ਤੇ ਰਾਏ ਭੋਜ ਦੀ ਤਲਵੰਡੀ ਤੋਂ ਬਹੁਤਾ ਮੋਹ ਕਰਕੇ ਮਹਾਰਾਜ ਦੇ ਨਾਲ ਤੁਰਿਆ ਜਾਂਦਾ ਹੈ। ਜਦੋਂ ਕਾਫੀ ਦੂਰ ਆ ਗਿਆ ਨਗਰ ਤੋਂ, ਫਿਰ ਮਹਾਰਾਜ ਅੱਗੇ ਚਲੇ ਗਏ ਆ। ਬਾਬਾ ਕਲਿਆਣ ਚੰਦ ਜੀ ਵਾਪਸ ਆਪਣੇ ਘਰ ਪਰਤੇ ਹੈ। ਸਤਿਗੁਰੂ ਜੀ ਪਿੰਡਾਂ ਨੂੰ ਸ਼ਹਿਰਾਂ ਨੂੰ ਲੰਘਦਿਆਂ ਹੋਇਆਂ ਚੱਲਦੇ ਚੱਲਦੇ ਇੱਕ ਜੰਗਲ ਵਿੱਚ ਪਹੁੰਚੇ ਹੈ। ਜੰਗਲ ਵਿੱਚ ਜਾਂਦਿਆਂ ਜਾਂਦਿਆਂ ਮਹਾਰਾਜ ਨੇ ਇੱਕ ਆਸ਼ਰਮ ਦੇਖਿਆ, ਡੇਰਾ ਵੇਖਿਆ, ਜਿੱਥੇ ਬਹੁਤ ਤਪੀਸਵਰ ਲੋਕ ਹਠ ਦੇ ਨਾਲ ਤਪੱਸਿਆ ਕਰੀ ਜਾ ਰਹੇ ਹੈ। ਉਹ ਕਵੀ ਜੀ ਨੇ ਵਰਣਨ ਕੀਤਾ, ਭਾਈ ਕੋਈ ਪੁੱਠਾ ਲਟਕ ਕੇ ਤਪ ਕਰੀ ਜਾਂਦਾ ਹੈ, ਕੋਈ ਪਾਣੀ ਦੇ ਵਿੱਚ ਗਲੇ ਤਾਈਂ ਕੰਠ ਪ੍ਰਮਾਣੀ ਤਪ ਕਰੀ ਜਾਂਦਾ ਹੈ, ਕੋਈ ਸਿੱਧ ਆਸਣ ਲਾਈ ਬੈਠਾ ਹੈ, ਕੋਈ ਪਦਮ ਆਸਣ ਲਾਈ ਬੈਠਾ ਹੈ। ਇਸ ਤਰ੍ਹਾਂ ਕੋਈ ਧੂਣਿਆਂ ਦੇ ਵਿੱਚ ਅੱਗ ਬਾਲ ਕੇ ਭਾਈ ਉਹਨਾਂ ਦੇ ਵਿੱਚ ਬੈਠਾ ਹੈ। ਇਸ ਤਰ੍ਹਾਂ ਭਾਈ ਤਰ੍ਹਾਂ ਤਰ੍ਹਾਂ ਦੀਆਂ ਭਗਤੀਆਂ ਕਰ ਰਹੇ ਨੇ। ਕੋਈ ਕਥਾ ਕਰੀ ਜਾਂਦਾ ਹੈ ਪ੍ਰੇਮ ਦੇ ਨਾਲ। ਸੰਗਤਾਂ ਜਿਸ ਤਰ੍ਹਾਂ ਆਪ ਜੀ ਬੈਠੇ ਹੋ, ਇਸੇ ਤਰ੍ਹਾਂ ਹੀ ਭਾਈ ਪਿਆਰ ਦੇ ਨਾਲ ਸੰਗਤਾਂ ਉਹ ਵਾਹਿਗੁਰੂ ਦੀ ਕਥਾ ਵਿਚਾਰ ਨੂੰ ਸ਼ਰਵਣ ਕਰ ਰਹੀਆਂ ਨੇ। ਇੱਕ ਫਿਰ ਮਹਾਰਾਜ ਨੇ ਐਸਾ ਫਕੀਰ, ਜਿਹੜਾ ਇਹਨਾਂ ਦਾ ਸਾਰਿਆਂ ਦਾ ਮੁਖੀ ਹੈ, ਮਹੰਤ ਹੈ, ਉਸ ਦੇ ਦਰਸ਼ਨ ਪਾਏ ਜਦੋਂ ਮਹਾਰਾਜ ਨੇ। ਤੇ ਕਵੀ ਜੀ ਕਹਿੰਦੇ ਮੰਨ ਲਓ ਵੀ ਇਦਾਂ ਹੀ ਲੱਗ ਰਿਹਾ ਜਿਵੇਂ ਕਹਿੰਦੇ ਭਾਈ ਤਪ ਧਾਰ ਕੇ ਹੀ, ਜਿਹੜਾ ਤਪ ਹੈ ਉਹੀ ਦੇਹੀ ਧਾਰ ਕੇ ਬੈਠਾ ਹੋਵੇ। ਮਹਾਰਾਜ ਨੇ ਵੇਖਿਆ, ਭਾਈ ਕਹਿਣ ਲੱਗੇ ਮੁਖੀ ਹੋ ਤੁਸੀਂ ਡੇਰੇ ਦੇ। ਇਹ ਵੇਖ ਕੇ ਸਾਰਾ ਮਰਜ਼ਾਦਾ, ਮਹਾਰਾਜ ਕਹਿੰਦੇ ਭਾਈ ਤੁਸੀਂ ਵਸਤਰ ਨਹੀਂ ਪਹਿਨੇ, ਫਿਰ ਕਾਫੀ ਦਿਨਾਂ ਤੋਂ ਭੁੱਖੇ ਲੱਗਦੇ ਹੋ, ਤੁਹਾਨੂੰ ਪਹਿਨਣ ਨੂੰ ਮਿਲਦੇ ਨਹੀਂ ਜਾਂ ਤੁਸੀਂ ਜਾਣ ਬੁੱਝ ਕੇ ਪਾਉਂਦੇ ਨਹੀਂ। ਤੇ ਇਸ ਤਰ੍ਹਾਂ ਫਿਰ ਉਸ ਸੰਤ ਨੇ ਦੱਸਣਾ ਕੀਤਾ, ਜਿਸ ਦਾ ਨਾਮ ਇਤਿਹਾਸ ਦੇ ਵਿੱਚ ਸੰਤ ਰੇਣ ਆਇਆ। ਉਹ ਕਹਿਣ ਲੱਗਾ ਅਸੀਂ ਸਾਧੂ ਹਾਂ, ਘਰ ਘਰ ਮੰਗਦੇ ਇਹ ਚੰਗੀ ਗੱਲ ਨਹੀਂ, ਧਾਰਿਆ ਅਸੀਂ ਆਪ ਸਾਧੂ ਹਾਂ, ਪਰ ਅਸੀਂ ਘਰ ਵਿੱਚ ਮੰਗਣ ਜਾਈਏ ਇਹ ਅਯੋਗ ਗੱਲ ਹੈ, ਨਾ ਬਣਨ ਵਾਲੀ ਗੱਲ ਹੈ। ਸਾਡਾ ਜੋ ਸੰਤੋਖ ਦੇ ਆਸਣ ਤੇ ਅਸੀਂ ਬੈਠੇ ਹਾਂ, ਇਹੀ ਸਾਡਾ ਭਾਈ ਸਾਰਾ ਜੋ ਮਹਿਮਾ ਹੈ, ਇਹ ਕਹਿ ਲਈਏ ਇਹੀ ਸਾਡਾ ਆਸਣ ਹੈ ਜੋ ਸੰਤੋਖ ਦਾ ਹੈ, ਇਹ ਅਸੀਂ ਰੱਖਣਾ ਕੀਤਾ ਹੈ। ਮਹਾਰਾਜ ਸੁਣ ਕੇ ਬੜੇ ਪ੍ਰਸੰਨ ਹੋਏ। ਫਿਰ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਆਖਣਾ ਕੀਤਾ, ਭਾਈ ਬਾਲਾ ਜੀ ਜਿਹੜੇ ਮਹਾਰਾਜ ਨੇ ਆਪਾਂ ਨੂੰ 20 ਰੁਪਏ ਦੇ ਕੇ ਭੇਜਿਆ ਵੀ ਖਰਾ ਸੌਦਾ ਕਰਕੇ ਆਉਣਾ ਹੈ, ਤੇ ਇਸ ਤੋਂ ਵਧੀਆ ਖਰਾ ਸੌਦਾ ਮੈਨੂੰ ਕੋਈ ਹੋਰ ਨਜ਼ਰ ਦੇ ਵਿੱਚ ਨਹੀਂ ਆਉਂਦਾ, ਲੱਗਦਾ ਨਹੀਂ। ਬਾਲਾ ਜੀ ਨੇ ਵੀ ਹੱਥ ਬੰਨ੍ਹ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਇਹ ਜਿਹੜਾ ਤੁਹਾਨੂੰ ਸੌਦਾ ਤੁਹਾਡੇ ਪਿਤਾ ਜੀ ਨੇ ਕਰਨ ਵਾਸਤੇ ਭੇਜਿਆ ਹੈ, ਇਹ ਕੋਈ ਇਸ ਤਰ੍ਹਾਂ ਦਾ ਸੌਦਾ ਕਰਨ ਵਾਸਤੇ ਨਹੀਂ ਭੇਜਿਆ। ਇਹ ਬਾਣੀਆਂ, ਜਿਸ ਤਰ੍ਹਾਂ ਬਾਣੀਏ ਲੋਕ ਸੌਦਾ ਕਰਦੇ ਆ, ਉਹ ਨਫਾ ਦੇਖਦੇ ਆ, ਉਹ ਸੌਦਾ ਕਰਨ ਵਾਸਤੇ ਤੁਹਾਨੂੰ ਇਹ 20 ਰੁਪਏ ਤੁਹਾਡੇ ਪਿਤਾ ਜੀ ਨੇ ਦਿੱਤੇ ਆ। ਬਾਕੀ ਮਹਾਰਾਜ ਆਪ ਜੀ ਸਿਆਣੇ ਹੋ, ਮੈਂ ਕੋਈ ਬਹੁਤਾ ਸਿਆਣਾ ਨਹੀਂ, ਆਪ ਜੀ ਦੇ ਅਨੁਸਾਰ ਹੈ, ਮੈਂ ਜਿਵੇਂ ਆਪ ਜੀ ਚਾਹੋ ਉਵੇਂ ਕਰੋ, ਤੁਹਾਡੀ ਮਾਇਆ ਤੁਹਾਡੇ ਪਿਤਾ ਨੇ ਤੁਹਾਨੂੰ ਦਿੱਤੀ ਹੈ, ਤੁਸੀਂ ਪਿਓ ਪੁੱਤ ਇਹ ਗੱਲ ਆਪ ਹੀ ਜਾਣੋ। ਤੇ ਉਹ 20 ਰੁਪਏ ਬਾਲਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤੇ। ਫਿਰ ਮਹਾਰਾਜ ਨੇ ਭਾਈ ਉਹ ਜਦੋਂ ਸੰਤਰੇਣ ਅੱਗੇ ਰੱਖੇ, ਮੱਥਾ ਟੇਕਿਆ, ਇਹ ਸੰਤਰੇਣ ਕਹਿਣ ਲੱਗਾ ਜੇ ਤੁਹਾਡੀ ਇੱਛਾ ਹੈਗੀ ਧਨ ਦੇਣ ਦੀ, ਫਿਰ ਇਸ ਤਰ੍ਹਾਂ ਕਰੋ, ਇਹ 20 ਰੁਪਏ ਲੈ ਜਾਵੋ, ਆ ਜੋ ਨਾਲ ਨਗਰ ਹੈ, ਸ਼ਹਿਰ ਹੈ, ਜੋ ਚੂੜ ਕਲਿਆਣ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਨਾਮ ਆਇਆ, ਇਸ ਨਗਰ ਦੇ ਵਿੱਚੋਂ ਸਾਨੂੰ ਜੋ ਛਕਣ ਵਾਲੀ ਸਮੱਗਰੀ ਲਿਆ ਦਿਓ। ਮਹਾਰਾਜ ਨੇ ਉਹ ਸਾਰੀ ਸਮੱਗਰੀ ਪਾਈ ਛਕਣ ਵਾਲੀ ਲਿਆ ਕੇ ਇਸ ਡੇਰੇ ਦੇ ਵਿੱਚ ਸੰਤ ਰੇਣ ਜੀ ਦੇ ਅੱਗੇ ਰੱਖ ਦਿੱਤੀ ਹੈ। ਤੇ ਮਹਾਰਾਜ ਕਹਿੰਦੇ ਸੰਤ ਜੀ ਹੁਣ ਆਪ ਜੀ ਆਪਣੇ ਰਸੋਈਆਂ ਨੂੰ ਆਖੋ ਵੀ ਲੰਗਰ ਪਾਣੀ ਤਿਆਰ ਕਰ ਲਾਣ ਤੇ ਛਕ ਲੈਣ। ਤੇ ਸੰਤ ਰੇਣ ਜੀ ਕਹਿਣ ਲੱਗੇ ਵੀ ਹਾਂਜੀ ਅਸੀਂ ਲੰਗਰ ਪਾਣੀ ਤਿਆਰ ਕਰਕੇ ਛਕ ਲਵਾਂਗੇ, ਤੁਸੀਂ ਇਸ ਤਰ੍ਹਾਂ ਕਰੋ ਆਪਣੇ ਨਗਰਾਂ ਨੂੰ ਜਾਓ। ਤੇ ਇੱਥੇ ਪ੍ਰਸੰਗ ਭਾਈ ਆਪਾਂ ਸਮਾਪਤ ਕੀਤੇ ਸੀ ਕੱਲ੍ਹ ਦੇ। ਜਿਵੇਂ ਮਹਾਰਾਜ ਆਪਣੇ ਨਗਰ ਰਾਏ ਭੋਜ ਦੀ ਤਲਵੰਡੀ ਨੂੰ ਆ ਰਹੇ ਆ, ਤੇ ਅੱਗੇ ਬਾਬਾ ਕਲਿਆਣ ਚੰਦ ਜੀ ਮਹਾਰਾਜ ਨੂੰ ਮਿਲਣਗੇ, ਫਿਰ ਰਾਏ ਬੁਲਾਰ ਜੀ ਦਾ ਮਿਲਾਪ, ਜਿਸ ਤਰ੍ਹਾਂ ਪ੍ਰਸੰਗ ਆ ਰਹੇ ਆ ਅੱਜ ਦੇ ਦੀਵਾਨਾਂ ਦੇ ਵਿੱਚ, ਆਪਾਂ ਮਨ ਵਿਰਤੇ ਇਕਾਗਰ ਕਰਕੇ
ਪ੍ਰਸੰਗ ਨੂੰ ਸ਼ਰਵਣ ਕਰਨਾ ਕਰੀਏ ਜੀ। ਦੋਹਰਾ ਸ੍ਰੀ ਅੰਗਦ ਅਰਵਿੰਦ ਪਦ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਭਾਈ ਬਾਲਾ ਜੀ ਆਖ ਰਹੇ ਨੇ, ਜਿਹੜੇ ਪਦ ਹੈ ਨਾ, ਕਹਿੰਦੇ ਅਰਵਿੰਦ ਕਵਲ ਵਰਗੇ ਹਨ, ਆਨੰਦ ਕੰਦ ਨੂੰ ਕੰਦ। ਜਿਹੜੇ ਆਨੰਦ ਦੇ ਮੁੱਢ ਹੈ ਤੇ ਮੁਕਤੀ ਦੇ ਦਾਤੇ ਹਨ। ਧਰ ਪਰ ਧਰ ਸਿਰ ਨਮਹਿ ਕਰ। ਐਸੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ, ਧਰਤੀ ਉੱਪਰ ਮੱਥਾ ਰੱਖ ਕੇ, ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਕੇ ਮੈਂ ਨਮਸਕਾਰ ਕਰਦਾ ਹਾਂ। ਸਰਨ ਹਰਨ ਦੁਖ ਦੁੰਦ। ਜਿਨ੍ਹਾਂ ਦੀ ਸ਼ਰਨ ਦੇ ਵਿੱਚ ਆ ਕੇ ਦੁੱਖ ਦੁੰਦ, ਜਿੰਨੇ ਵੀ ਸਮੂਹ ਦੁੱਖ ਆਦਿਕ ਹਨ, ਦਵੰਦ ਆਦਿਕ ਹਨ, ਉਹ ਸਾਰੇ ਭਾਈ ਨਾਸ ਹੋ ਜਾਂਦੇ ਆ। ਮਹਾਰਾਜ ਦੀ ਜਿਹੜਾ ਸ਼ਰਨ ਦੇ ਵਿੱਚ ਆਉਂਦਾ ਹੈ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ। ਸ੍ਰੀ ਬਾਲਾ ਸੰਗਰਵਾਚ। ਸੰਧੂ ਗੋਤ ਦੇ ਭਾਈ ਬਾਲਾ ਜੀ ਉਚਾਰਨਾ ਕਰਦੇ ਹਨ। ਚੌਪਈ ਜਬ ਹਮ ਗਵਣੇ ਤਿਨ ਕੋ ਤਿਆਗੀ। ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਜਦੋਂ ਅਸੀਂ ਉਸ ਸੰਤਰੇਨ ਮਹੰਤ ਨੂੰ, ਉਹ ਆਸ਼ਰਮ ਡੇਰੇ ਨੂੰ ਤਿਆਗ ਕੇ ਤੇ ਚੱਲੇ ਉਸ ਥਾਂ ਤੋਂ, ਬੋਲੇ ਸੰਤ ਗਿਰਾ ਅਨੁਰਾਗੀ। ਫਿਰ ਉਹ ਦੂਜੇ ਜਿਹੜੇ ਉਹਨਾਂ ਦੇ ਚੇਲੇ ਸਨ, ਉਹਨਾਂ ਨੂੰ ਬਹੁਤ ਪ੍ਰੇਮ ਵਾਲੀ ਬਾਣੀ ਫਿਰ ਉਹਨਾਂ ਨੇ ਬਚਨ ਬੋਲਣਾ ਕੀਤੇ ਹੈਗੇ ਸੰਤਰੇਨ ਮਹੰਤ ਨੇ। ਆਰਵ ਨਾਨਕ ਬਾਲ ਸੁਖਾਲੀ। ਕਹਿਣ ਲੱਗੇ, ਇਹ ਜੋ ਆਏ ਸਨ ਆਪਣੇ ਕੋਲ, ਇਹਨਾਂ ਦੀ ਬਹੁਤ ਛੋਟੀ ਉਮਰ ਹੈ, ਪਰ ਜਿਹੜੀ ਇਹਨਾਂ ਦੀ ਚਾਲ ਹੈ ਉਹ ਬੜੀ ਸ੍ਰੇਸ਼ਟ ਚਾਲ ਹੈ, ਭਗਤਾਂ ਕੀ ਚਾਲ ਨਿਰਾਲੀ। ਗਿਰਾ ਵਿਆਦ ਭਗਤ ਪਲ ਸਾਲੀ। ਜਿਹੜੀ ਇਹਨਾਂ ਦੀ ਗਿਰਾ ਬਾਣੀ ਸੀ, ਉਹ ਕਹਿੰਦੇ ਭਾਈ ਭਗਤੀ ਦੇ ਨਾਲ ਮਿਲੀ ਹੋਈ, ਵੈਰਾਗ ਦੇ ਨਾਲ ਮਿਲੀ ਹੋਈ ਸੀ। ਤੁਮਕੋ ਆਣ ਕੀਨ ਬਹੁ ਭਾਊ। ਤੇ ਉਹ ਸੰਤ ਮਹੰਤ, ਜੋ ਸੰਤਰੇਨ ਮਹੰਤ ਸੀ, ਉਹਨਾਂ ਦੇ ਨਾਲ ਆ ਕੇ ਇੱਕ ਸੇਵਕ ਕਹਿਣ ਲੱਗਾ, ਮਹਾਰਾਜ ਸੰਤ ਜੀ, ਤੁਹਾਡੇ ਨਾਲ ਉਹਨਾਂ ਨੇ ਬੜਾ ਪ੍ਰਤਾਪ, ਬੜਾ ਪ੍ਰੇਮ ਕਰਨਾ ਕੀਤਾ। ਮ੍ਰਿਦੁਲ ਕਿਰਪਾਲ ਵਿਸਾਲ ਸੁਭਾਉ। ਉਹਨਾਂ ਦਾ ਬੜਾ ਕੋਮਲ ਸੁਭਾਅ ਲੱਗਿਆ ਅਤੇ ਭੋਜਨ ਸੌਜ ਆਣ ਜਬ ਬੈਠੇ। ਜਦੋਂ ਭੋਜਨ ਦੀ ਸਮੱਗਰੀ ਆ ਕੇ ਉਹ ਸੰਤਰੇਨ ਮਹੰਤ ਜੀ ਤੁਹਾਡੇ ਕੋਲ ਆ ਕੇ ਬੈਠਣਾ ਕੀਤਾ ਉਹਨਾਂ ਨੇ। ਚਲਣ ਰਜਾਏ ਦੀਨ ਤੁਮ ਕੈਸੇ। ਸੰਤ ਜੀ, ਤੁਸੀਂ ਉਹਨਾਂ ਨੂੰ ਜਾਣ ਵਾਸਤੇ ਕਿਸ ਤਰ੍ਹਾਂ ਆਗਿਆ ਦੇ ਦਿੱਤੀ? ਉਹਨਾਂ ਨੂੰ ਕਿਸ ਤਰ੍ਹਾਂ ਆਖ ਦਿੱਤਾ ਵੀ ਤੁਸੀਂ ਜਾਓ, ਅਸੀਂ ਆਪੇ ਭੋਜਨ ਪਾਣੀ ਛਕ ਲਵਾਂਗੇ? ਇਹ ਕਿਸ ਤਰ੍ਹਾਂ ਆਖਣਾ ਕੀਤਾ? ਤੁਸੀਂ ਇੰਨੇ ਪਿਆਰ ਵਾਲਿਆਂ ਨੂੰ ਜਾਣ ਕਿਸ ਤਰ੍ਹਾਂ ਦੇ ਦਿੱਤਾ? ਸੁਣ ਮਹੰਤ ਬੋਲਿਓ ਬਰਬਾਨੀ। ਫਿਰ ਇਸ ਤਰ੍ਹਾਂ ਨਾ ਉਹ ਸੰਤਰੇਨ ਜੋ ਮਹੰਤ ਸੀ, ਸੁਣ ਕੇ ਉਹ ਆਪਣੇ ਦਾਸ ਦੀ ਬਾਣੀ ਬਚਨ, ਫਿਰ ਇਸ ਤਰ੍ਹਾਂ ਸੰਤਰੇਨ ਮਹੰਤ ਨੇ ਕਹਿਣਾ ਕੀਤਾ। ਇਸਕੋ ਪਰਮ ਪੁਰਖ ਸੁਖ ਦਾਨੀ। ਕਹਿਣ ਲੱਗੇ, ਭਾਈ ਇਹ ਕੋਈ ਆਮ ਮਨੁੱਖ ਨਹੀਂ, ਇਹ ਤਾਂ ਪਰਮ ਪੁਰਖ ਸੁਖਦਾਨੀ, ਸੁਖ ਦੇਣ ਵਾਸਤੇ ਮਹਾਨ ਪੁਰਸ਼ ਹਨ। ਕਲਾਵਾਨ ਗਿਆਨੀ ਗੁਣਖਾਨੀ। ਇਹ ਤਾਂ ਕੋਈ ਕਲਾਵਾਨ ਸਨ, ਫਿਰ ਗਿਆਨੀ ਸੀ, ਫਿਰ ਗੁਣਾਂ ਦੇ ਘਰ ਸਨ, ਇਹ ਜੋ ਆਪਣੇ ਕੋਲ ਆਏ ਸੀ। ਦੁਰਿਓ ਰਹਿ ਗਤਨ ਪਰੇ ਨ ਜਾਨੀ। ਕਹਿੰਦੇ ਪਰ ਇਹ ਆਪਣੇ ਆਪ ਨੂੰ ਦੁਰਿਓ ਰਹਿ ਛੁਪਾਈ ਰੱਖਦੇ ਐ, ਇਹਨਾਂ ਦੀ ਮਰਜ਼ਾਦਾ ਨੂੰ ਕੋਈ ਜਾਣ ਨਹੀਂ ਸਕਦਾ। ਭਇਓ ਅਸਹੇ ਮੁਝ ਤੇਜ ਪ੍ਰਭਾਉ। ਇਹ ਤਾਂ ਮੈਂ ਜਾਣ ਵਾਸਤੇ ਕਹਿ ਦਿੱਤਾ। ਕਹਿੰਦੇ ਭਇਓ ਅਸਹਿ ਹੈ, ਕਹਿੰਦੇ ਭਾਈ ਸਹਿਣ ਤੋਂ ਅਰਹਿਤ ਹੋ ਗਿਆ ਸੀਗਾ ਮੇਰੇ ਕੋਲੋਂ, ਜਿਹੜਾ ਇਹਨਾਂ ਦਾ ਤੇਜ ਪ੍ਰਤਾਪ ਸੀ, ਧੰਨ ਗੁਰੂ ਨਾਨਕ ਦੇਵ ਜੀ ਦਾ। ਜਾਤੇ ਦੀਨੀ ਜਾਣ ਜਾਉ। ਇਸ ਕਰਕੇ ਮੈਂ ਸੇਵਕੋ ਇਹਨਾਂ ਨੂੰ ਜਾਣ ਵਾਸਤੇ ਆਗਿਆ ਦੇ ਦਿੱਤੀ, ਵੀ ਗੁਰੂ ਨਾਨਕ ਦੇਵ ਜੀ ਨੂੰ ਕਹਿ ਦਿੱਤਾ ਤੁਸੀਂ ਚਲੇ ਜਾਓ, ਕਿਉਂਕਿ ਉਹਨਾਂ ਦਾ ਤੇਜ ਪ੍ਰਤਾਪ ਮੇਰੇ ਤੋਂ ਚੱਲਿਆ ਨਹੀਂ ਸੀ ਜਾ ਰਿਹਾ। ਆਸ ਕਹਿ ਤਬ ਕੀਨੋ ਕੁਲ ਅਸਨਾ। ਇਸ ਤਰ੍ਹਾਂ ਕਹਿ ਕੇ ਇਹ ਸੰਤਰੇਨ ਮਹੰਤ ਨੇ ਆਪਣੇ ਸੇਵਕਾਂ ਨੂੰ ਤੇ ਪ੍ਰਸ਼ਾਦਾ ਪਾਣੀ ਛਕਣ ਲੱਗੇ, ਆਣ ਲਗੇ ਸਵਾਦਨ ਲੈ ਰਸਨਾ। ਤੇ ਜੀਵ ਦੇ ਨਾਲ ਰਸ ਲੈ ਕੇ ਜਿੰਨਾ ਵੀ ਉਹ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸੀ, ਉਹ ਸਾਰੇ ਸਾਧੂ ਸੰਤ ਸੰਤਰੇਨ ਮਹੰਤ ਸਮੇਤ ਛਕਣ ਲੱਗੇ। ਤਾ ਕ੍ਰਿਤ ਮੇਲਿਓ ਸੰਗ ਪਾਇਸ। ਘਿਓ ਦੇ ਨਾਲ ਸੰਗ ਖੰਡ ਤੇ ਇਸ ਤਰ੍ਹਾਂ ਪਾਇਸ, ਕਹਿਣ ਲੱਗੇ ਭਾਈ ਖੀਰ ਆਦਿਕ, ਉਹਨਾਂ ਨੂੰ ਮਿਲਾ ਕੇ ਖੀਰ ਆਦਿਕ ਇਸ ਤਰ੍ਹਾਂ ਫਿਰ ਸਤ ਸੁਦਾਤਰ ਤ੍ਰਿਪਤੇ ਖਾਇਸ। ਤੇ ਉਹ ਇਸ ਤਰ੍ਹਾਂ ਭਾਈ
ਖੀਰ ਦੇ ਵਿੱਚ ਖੰਡ ਪਾ ਕੇ, ਘਿਓ ਪਾ ਕੇ, ਇਸ ਤਰ੍ਹਾਂ ਉਹ ਜਿਹੜੇ ਸੰਤ ਸਨ, ਜੋ ਸ਼ੁੱਧਾਤੁਰ, ਜਿਹੜੇ ਬਹੁਤ ਭੁੱਖ ਦੇ ਨਾਲ ਵਿਆਕੁਲ ਹੋਏ ਸਨ, ਉਹ ਤ੍ਰਿਪਤ ਹੋ ਗਏ ਖਾਏ ਕੀ ਛਕ ਕੇ, ਮਨ ਪ੍ਰਸੀਦ ਵਹਿ ਬਚਨ ਬਖਾਨੇ। ਤੇ ਮਨ ਦੇ ਵਿੱਚ ਬੜੇ ਪ੍ਰਸੰਨ ਹੋ ਕੇ ਇਹਨਾਂ ਨੇ ਫਿਰ ਬਚਨ ਆਖਣਾ ਕੀਤੇ। ਇਹ ਕਰਤਾਰ ਪਨਿਓ ਹਮ ਜਾਣੈ। ਇਹ ਕਰਤਾਰ ਪਠਿਓ ਹਮ ਜਾਣੇ, ਕਹਿਣ ਲੱਗੇ ਜਿਹੜਾ ਇਹ ਆਏ ਸਨ ਗੁਰੂ ਨਾਨਕ ਦੇਵ ਜੀ, ਇਹ ਉਸ ਅਕਾਰ ਪੁਰਖ ਵਾਹਿਗੁਰੂ ਨੇ ਭੇਜਣਾ ਕੀਤੇ ਸਨ। ਜਿਤੋ ਸਰੀਰ ਧਾਰ ਕਰਤਾਰਾ। ਜਾਂ ਫਿਰ ਇਹ ਕਹਿ ਲਈਏ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਆਏ ਸੀ, ਇਹ ਕਰਤਾਰ ਆਪ ਹੀ ਅਕਾਲ ਪੁਰਖ ਵਾਹਿਗੁਰੂ ਸਰੀਰ ਧਾਰ ਕੇ, ਆਣ ਦੀਨ ਸੁਧ ਦੀਨ ਅਪਾਰਾ। ਉਹ ਵਾਹਿਗੁਰੂ ਨੇ ਆਪ ਸਾਡੀ ਖਬਰ ਲਈ ਹੈ, ਆਪਣੀ ਖਬਰ ਉਸ ਵਾਹਿਗੁਰੂ ਨੇ ਆਪ ਸਰੀਰ ਧਾਰ ਕੇ ਲੈਣਾ ਕੀਤੀ ਹੈ। ਸਬਦ ਦਿਵਸ ਕੇ ਸ਼ੁੱਧ ਸੰਤਾਰੇ। ਕਿਉਂਕਿ ਉਹ ਪ੍ਰਮਾਤਮਾ ਜਾਣਦਾ ਹੈ, ਵਾਹਿਗੁਰੂ ਜਾਣਦਾ ਹੈ ਕਿ 7 ਦਿਨਾਂ ਤੋਂ ਆਪਾਂ ਭੁੱਖੇ ਬੈਠੇ ਆਂ ਇਸ ਜੰਗਲ ਦੇ ਵਿੱਚ, ਅਬ ਭੋਜਨ ਕਰ ਹਮ ਤ੍ਰਿਪਤਾਏ। ਤੇ ਉਹ ਵਾਹਿਗੁਰੂ ਨੇ ਆਪ ਹੀ ਆਪਣਾ ਸਰੀਰ ਧਾਰ ਕੇ ਆਪਾਂ ਨੂੰ ਭੋਜਨ ਛਕਾਇਆ, ਤੇ ਹੁਣ ਜਿਸ ਕਰਕੇ ਆਪਾਂ ਤ੍ਰਿਪਤ ਹੋ ਗਏ ਆਂ, ਰੱਜ ਗਏ ਆਂ। ਸ੍ਰੀ ਨਾਨਕ ਪੁਰ ਦਿਸ਼ ਗਵਨੁ। ਤੇ ਇਧਰੋਂ ਭਾਈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਚਾਲਾ ਪਾਇਆ ਸੀ, ਤੇ ਕਹਿੰਦੇ ਭਾਈ ਆਪਣੇ ਘਰ ਵੱਲ ਨੂੰ ਅਰਥ ਪੰਥ ਪਹੁੰਚੇ ਗੁਣ ਭਵਨੁ। ਤਲਵੰਡੀ ਰਾਏ ਭੋਜ ਦੀ ਤਲਵੰਡੀ ਦੇ ਜਿਸ ਰਸਤੇ ਤੇ ਮਹਾਰਾਜ ਆ ਰਹੇ ਸਨ, ਚੱਲਦੇ ਚੱਲਦੇ ਇਹ ਡੇਰੇ ਤੋਂ ਮਹਾਰਾਜ ਅੱਧੇ ਕਰਾ ਪਹੁੰਚ ਗਏ ਨੇ ਰਾਏ ਭੋਜ ਦੀ ਤਲਵੰਡੀ ਵੱਲ ਨੂੰ। ਸੋਚ ਵਿਮੋਚਨ ਸੋਚਣ ਲਾਗੇ। ਜਿਹੜੇ ਕਹਿੰਦੇ ਭਾਈ ਸੋਚਾਂ ਨੂੰ ਕੱਟਣ ਵਾਲੇ ਆ ਨਾ ਗੁਰੂ ਨਾਨਕ ਦੇਵ ਜੀ, ਜਿਹੜਾ ਸੋਚਾਂ ਦੇ ਵਿੱਚ ਖੁੱਭਿਆ ਪਿਆ ਹੋਵੇ, ਜਿਹੜਾ ਧੰਨ ਗੁਰੂ ਨਾਨਕ ਦਾ ਨਾਮ ਲੈਣ ਲੱਗ ਜਾਏ, ਉਹਦੀਆਂ ਮਹਾਰਾਜ ਕਹਿੰਦੇ ਭਾਈ ਉਹ ਸੋਚ ਜੋ ਟੈਨਸ਼ਨ ਫਿਕਰ ਹਨ, ਉਹ ਮਹਾਰਾਜ ਕੱਟ ਦਿੰਦੇ ਆ ਜਿਹੜਾ ਉਹਨਾਂ ਦਾ ਨਾਮ ਲੈਂਦਾ। ਤੇ ਕਵੀ ਜੀ ਕਹਿੰਦੇ ਭਾਈ ਜਿਹੜੇ ਸੋਚਾਂ ਨੂੰ ਕੱਟਣ ਵਾਲੇ ਆ ਨਾ ਗੁਰੂ ਨਾਨਕ ਦੇਵ ਜੀ, ਉਹ ਖੁਦ ਆਪ ਸੋਚਾਂ ਦੇ ਵਿੱਚ ਪੈ ਗਏ ਐ। ਇਸ ਕਰਕੇ ਮਹਾਰਾਜ ਕਹਿ ਰਹੇ ਹੈਗੇ ਕਵੀ ਜੀ, ਕਹਿੰਦੇ ਭਾਈ ਹਟਕਤ ਚਿੱਤ ਪਗ ਪਰਹਿ ਨ ਆਗੇ। ਚਿੱਤ ਦੇ ਵਿੱਚ ਬੜਾ ਕਹਿੰਦੇ ਭਾਈ ਉਹ ਘਬਰਾਏ ਹੋਏ ਹੈਗੇ, ਤੇ ਪੈਰ ਅੱਗੇ ਨੂੰ ਨਹੀਂ ਰੱਖਦੇ ਰਾਏ ਭੋਜ ਦੀ ਤਲਵੰਡੀ ਵੱਲ ਨੂੰ। ਕਿਉਂਕਿ ਭਾਈ ਚਿੰਤਾ, ਇਸ ਤਰ੍ਹਾਂ ਚਿੰਤਾ ਤੁਰ, ਕਹਿੰਦੇ ਭਾਈ ਚਿੰਤਾ ਦੇ ਸਹਿਤ ਹੈ ਗੁਣਾ ਦੇ ਘਰ ਗੁਰੂ ਨਾਨਕ ਦੇਵ ਜੀ। ਕਹਿਣ ਲੱਗੇ ਬਾਲਾ ਜੀ, ਕਹਿਣ ਲੱਗੇ ਹੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਜਿਹੜੇ ਦੂਜਿਆਂ ਦੀਆਂ ਚਿੰਤਾ ਨੂੰ ਕੱਟਣ ਵਾਲੇ ਆ, ਉਹ ਚਿੰਤਾ ਦੇ ਸਹਿਤ ਹੋ ਕੇ, ਦੂਜਿਆਂ ਦਾ ਡਰ ਲਾਉਣ ਵਾਲੇ ਆ, ਉਹ ਡਰ ਦੇ ਸਹਿਤ ਹੋ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਿਰ ਮੈਨੂੰ ਇਸ ਤਰ੍ਹਾਂ ਕਹਿਣਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਆਖ ਰਹੇ ਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ, ਕਹਿਣ ਲੱਗੇ ਬਾਲਾ ਜੀ ਇਹ ਕੀ ਕੰਮ ਕਰ ਦਿੱਤਾ ਅਸੀਂ, ਤੇ ਘਰੇ ਜਾ ਕੇ ਆਪਣੇ ਪਿਤਾ ਜੀ ਨੂੰ ਬਾਬਾ ਕਲਿਆਣ ਚੰਦ ਜੀ ਨੂੰ ਕੀ ਉੱਤਰ ਦੇਵਾਂਗੇ ਹੁਣ। ਕਹਿਣ ਲੱਗੇ ਪਿਤਾ ਨੂੰ ਸਾਡੇ ਨੂੰ ਬੜਾ ਕ੍ਰੋਧ ਉਪਜੂਗਾ, ਬੜਾ ਕ੍ਰੋਧ ਵਿੱਚ ਗੁੱਸੇ ਹੋਣਗੇ ਸਾਨੂੰ, ਤੇ ਮੈਨੂੰ ਵੀ ਅਤੇ ਭਾਈ ਬਾਲਾ ਜੀ ਤੁਹਾਨੂੰ ਵੀ ਬੜੀਆਂ ਗਾਲਾਂ ਦੇਣਗੇ, ਬੜਾ ਕ੍ਰੋਧ ਵਿੱਚ ਆ ਕੇ ਬੜੇ ਗੁੱਸੇ ਦੇ ਨਾਲ ਬੋਲਣਗੇ। ਬਾਲਾ ਜੀ ਕਹਿਣ ਲੱਗੇ ਮਹਾਰਾਜ ਮੈਂ ਫਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਆਖਣਾ ਕੀਤਾ ਕਿ ਮਹਾਰਾਜ ਇਸ ਕੰਮ ਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ। ਮਹਾਰਾਜ ਤੁਹਾਨੂੰ ਮੈਂ ਬੜੇ ਵਾਰੀ ਰੋਕਿਆ ਸੀਗਾ ਮਾਇਆ ਦੇਣ ਤੋਂ, ਵੀ ਮਹਾਰਾਜ ਤੁਹਾਡੇ ਪਿਤਾ ਨੇ ਜਿਹੜਾ ਤੁਹਾਨੂੰ ਇਹ ਧਨ ਹੈ ਉਹ ਇਸ ਕਰਕੇ ਦਿੱਤਾ ਵੀ ਕੋਈ ਤੁਸੀਂ ਵਪਾਰ ਕਰੋ, ਕੋਈ ਸੌਦਾ ਖਰੀਦ ਕੇ ਲਿਆਵੋ, ਨਾ ਕਿ ਉਹ ਸਾਧੂਆਂ ਨੂੰ ਭੋਜਨ ਛਕਾਉਣ ਵਾਸਤੇ। ਮਹਾਰਾਜ ਮੈਂ ਤਾਂ ਆਪ ਜੀ ਨੂੰ ਬੜੇ ਵਾਰੀ ਰੋਕਣਾ ਕੀਤਾ ਸੀ। ਮਹਾਰਾਜ ਫੇਰ ਵੀ ਆਪ ਜੀ ਨੇ ਜਾਣਦਿਆਂ ਹੋਇਆਂ ਇਹ ਕੰਮ ਕੀਤਾ ਹੈ। ਅੱਜ ਤੁਸੀਂ ਇਹ ਚਿੱਤ ਵਿੱਚ ਚਿੰਤਾ ਕਿਸ ਤਰ੍ਹਾਂ ਧਾਰ ਲਈ ਹੈ। ਹੁਣ ਜਿਵੇਂ ਹੋਊਗਾ ਮਹਾਰਾਜ ਵੇਖੀ ਜਾਊਗੀ, ਉਹ ਮਰਜ਼ਾਦਾ ਨੂੰ ਹੁਣ ਤੁਸੀਂ ਆਪੇ ਵੇਖ ਲਿਓ, ਜਿਵੇਂ ਹੋਊਗਾ ਦੇਖੀ ਜਾਊ। ਤੁਸੀਂ ਚਿੰਤਾ ਕਿਵੇਂ ਧਾਰ ਲਈ ਮਨ ਵਿੱਚ।
ਤੇ ਜਿਵੇਂ ਮਹਾਰਾਜ ਸੂਧੀ ਹੋਏ ਅਥਵਾ ਵਿਪਰੀਤੀ, ਇਹ ਕਹਿਣ ਲੱਗੇ ਕਵੀ ਜੀ ਕਹਿੰਦੇ ਭਾਈ ਸੂਧੀ ਹੋਏ, ਕਹਿੰਦੇ ਜਿਹੜੀ ਸੁੱਧੀ ਸੀਗੀ ਬਿਰਤੀ ਹੋਏ ਵਿਪਰੀਤੀ, ਇਹ ਉਲਟ ਹੋ ਗਈ ਹੈ। ਮੁਝਕੋ ਚਿੰਤ ਨਾ ਏਕ ਵਿਆਪੇ। ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਇਹਦੇ ਵਿੱਚ ਇੱਕ ਵੀ ਨਹੀਂ ਚਿੰਤਾ ਹੈ, ਵੀ ਜਿਹੜੇ 20 ਰੁਪਏ ਤੁਸੀਂ ਦੇ ਕੇ ਆਏ ਨਾ, ਮੈਂ ਕੋਈ ਚਿੰਤਾ ਨਹੀਂ ਇੱਕ ਵੀ ਮੇਰੇ ਮਨ ਦੇ ਵਿੱਚ। ਧਨ ਤੁਮਰਾ ਖਰਚਿਓ ਤੁਮ ਆਪੇ। ਤੁਹਾਡਾ ਧਨ ਸੀ, ਬਾਬਾ ਕਲਿਆਣ ਚੰਦ ਜੀ ਨੇ ਦਿੱਤਾ ਸੀ, ਤੁਹਾਡਾ ਧਨ ਤੁਸੀਂ ਆਪ ਹੀ ਖਰਚਿਆ ਹੈ, ਫਿਰ ਮੇਰੇ ਚਿੱਤ ਵਿੱਚ ਕਾਹਦੇ ਵਾਸਤੇ ਚਿੰਤਾ ਹੋਣੀ ਹੈ। ਮਹਰਨਾ ਮੈਂ ਤੁਮ ਤੇ ਕਛ ਸਿਆਣਾ। ਫਿਰ ਮਹਾਰਾਜ ਮੈਂ ਤੁਹਾਡੇ ਨਾਲੋਂ ਕੋਈ ਬਹੁਤਾ ਸਿਆਣਾ ਤਾਂ ਹੈ ਨਹੀਂ। ਸਭ ਜਾਣਨਗੇ ਵੈਸ ਸਮਾਨਾ। ਸਾਰੇ ਲੋਕ ਇਹੀ ਜਾਣਨਗੇ ਵੀ ਜਿਹੜੀ ਉਮਰ ਹੈ ਉਹ ਸਮਾਨ ਹੀ ਹੈ। 3 ਸਾਲ ਵੱਡੇ ਸਨ ਭਾਈ ਬਾਲਾ ਜੀ ਮਹਾਰਾਜ ਤੋਂ। ਕਹਿਣ ਲੱਗੇ ਸਾਰੇ ਇਹੀ ਜਾਣਨਗੇ ਵੀ ਇੱਕੋ ਜਿਹੇ ਸਮਾਨ ਦੇ ਬਰਾਬਰ ਦੇ ਸਨ। ਹੁਣ ਮੈਂ ਹੋ ਆਇਸ ਅਨੁਸਾਰੀ। ਫਿਰ ਮਹਾਰਾਜ ਮੈਂ ਤਾਂ ਤੁਹਾਡੀ ਇੱਛਾ ਦੇ ਅਨੁਸਾਰ ਹੀ ਸੀ। ਤਬ ਪਿਤ ਭੇਜਿਓ ਦਾਸ ਵਿਚਾਰੀ। ਮੈਨੂੰ ਤਾਂ ਤੁਹਾਡੇ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਤੁਹਾਡਾ ਦਾਸ ਜਾਣ ਕੇ ਭੇਜਣਾ ਕੀਤਾ ਸੀ। ਜਾਂ ਤੇ ਦੋਸ਼ ਨਾ ਮਮ ਪਰ ਠਾਨਹਿ। ਇਸ ਕਰਕੇ ਮਹਾਰਾਜ ਇਹ ਜਿਹੜਾ ਵੀ ਦੋਸ਼ ਹੈ ਇਹ ਮੇਰੇ ਉੱਤੇ ਨਾ ਸਿੱਟਣਾ ਕਰੋ, ਮੈਨੂੰ ਨਾ ਦੇਣਾ ਕਰੋ ਜੀ। ਕਰਮ ਸੁਭਾਸੁਭ ਤੁਮਰੋ ਜਾਣਹਿ। ਜੋ ਵੀ ਮਹਾਰਾਜ ਇਹ ਕਰਮ ਚੰਗਾ ਜੋ ਮਾੜਾ ਹੋਇਆ ਤੁਸੀਂ ਆਪ ਹੀ ਜਾਣਦੇ ਹੋ। ਜੜੀ ਗਿਣਤ ਬੋਲਤ ਬਚਦੂ। ਤੇ ਇਸ ਤਰ੍ਹਾਂ ਭਾਈ ਗਿਣਤੀਆਂ ਗਿਣਦੇ ਹੋਏ ਮਹਾਰਾਜ ਜੀ ਅਤੇ ਭਾਈ ਬਾਲਾ ਜੀ ਇਸ ਤਰ੍ਹਾਂ ਬਚਨ ਵਿਲਾਸ ਕਰ ਰਹੇ ਨੇ ਦੋਨੇ ਆਪਸ ਵਿੱਚ। ਇਹ ਰਾਨੀ ਤਲਵੰਡੀ ਸੂ। ਤੇ ਫਿਰ ਭਾਈ ਇਸ ਤਰ੍ਹਾਂ ਜਿਹੜੀ ਤਲਵੰਡੀ ਨਹਿਰਾਨੀ ਤਲਵੰਡੀ ਨੇੜੇ ਤਲਵੰਡੀ ਦੇ ਆ ਗਏ ਹੈ ਮਹਾਰਾਜ ਏਦਾਂ ਬਚਨ ਕਰਦੇ ਕਰਦੇ। ਹਉ ਤੋ ਚਲ ਆਇਓ ਨਿਜ ਸਦਨਾ। ਤੇ ਬਾਲਾ ਜੀ ਕਹਿ ਰਹੇ ਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਦੋਂ ਤਲਵੰਡੀ ਦੇ ਨੇੜੇ ਪਹੁੰਚੇ ਆ ਨਾ, ਕਹਿੰਦੇ ਮੈਂ ਤਾਂ ਚੱਲ ਕੇ ਆਪਣੇ ਘਰ ਆ ਗਿਆ। ਭਾਈ ਬਾਲਾ ਜੀ ਕਹਿਣ ਲੱਗੇ ਨਾ ਪਰਵੇਸੇ ਪੰਕਜ ਬਦਨਾ। ਪਰ ਜਿਹੜੇ ਪੰਕਜ ਬਦਨਾ ਕਵਲ ਦੇ ਮੁਖ ਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੀ ਨਾ, ਉਹ ਕਹਿੰਦੇ ਘਰੇ ਨਹੀਂ ਗਏ। ਏਕ ਤਾਲ ਜਲਹੀਨ ਹਦੂਰੀ। ਇੱਕ ਤਾਲ ਸੀ, ਸਰੋਵਰ ਸੀ ਤੇ ਉਹ ਜਲ ਤੋਂ ਬਿਨਾ ਸੀ। ਵੈਸੇ ਵੈਸਕ ਜਿਵੇਂ ਲੂਰੀ। ਤੇ ਜਿਹੜੇ ਥੋੜੀ ਜੀ ਦੂਰ ਰਾਏ ਭੋਏ ਦੀ ਤਲਵੰਡੀ ਤੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਹੜਾ ਪਾਣੀ ਤੋਂ ਖਾਲੀ ਤਲਾਅ ਸੀ, ਸਰੋਵਰ ਸੀ, ਉਹਦੇ ਵਿੱਚ ਮਹਾਰਾਜ ਬੈਠ ਗਏ ਨੇ। ਸੁਣਿਓ ਜਬਹਿ ਆਇਓ ਘਰ ਬਾਲਾ। ਤੇ ਜਦੋਂ ਭਾਈ ਬਾਲਾ ਜੀ ਘਰੇ ਪਹੁੰਚਿਆ, ਲੋਕਾਂ ਤੋਂ ਸੁਣਿਆ ਵੀ ਬਾਲਾ ਜੀ ਤਾਂ ਘਰੇ ਆ ਗਏ ਆ। ਬਾਬਾ ਕਲਿਆਣ ਚੰਦ ਜੀ ਨੇ ਜਦੋਂ ਸੁਣਿਆ ਨਾ ਇਸ ਤਰ੍ਹਾਂ, ਭਇਓ ਹੌਲ ਕਾਲੂ ਤਤਕਾਲਾ। ਬਾਬਾ ਕਲਿਆਣ ਚੰਦ ਜੀ ਦੇ ਕਹਿੰਦੇ ਉਸੇ ਟਾਈਮ ਭਾਈ ਮਨ ਦੇ ਵਿੱਚ ਹੌਲ ਪੈ ਗਿਆ ਵੀ ਬਾਲਾ ਜੀ ਘਰੇ ਆ ਗਏ, ਮੇਰੇ ਪੁੱਤਰ ਗੁਰੂ ਨਾਨਕ ਦੇਵ ਜੀ ਆਏ ਨੀ। ਦਾਸ ਪਠਾਏ ਮੁਝੇ ਬੁਲਵਾਇਆ। ਫਿਰ ਕਹਿਣ ਲੱਗੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ, ਕਹਿਣ ਲੱਗੇ ਮਹਾਰਾਜ ਫਿਰ ਬਾਬਾ ਕਲਿਆਣ ਚੰਦ ਜੀ ਨੇ ਇੱਕ ਨੌਕਰ ਭੇਜ ਕੇ ਨਾ ਫਿਰ ਮੈਨੂੰ ਘਰੋਂ ਬੁਲਾਉਣਾ ਕੀਤਾ ਆਪਣੇ ਕੋਲ। ਜਦੋਂ ਮੈਨੂੰ ਵੇਖਿਆ ਮੈਂ ਕੋਲੇ ਆਇਆ ਤੇ ਮੇਰੇ ਨਾਲ ਬੜਾ ਟੇਢਾ ਜਿਹਾ ਝਾਕ ਕੇ ਗੁੱਸੇ ਦੇ ਨਾਲ ਬਚਨ ਕਹਿਣਾ ਕੀਤੇ ਬਾਬਾ ਕਲਿਆਣ ਚੰਦ ਜੀ ਨੇ ਮੈਨੂੰ। ਕਹਿਣ ਲੱਗੇ ਉਹ ਭਾਈ ਬਾਲਾ ਜੀ ਕਿੱਥੇ ਆ ਉਹ 20 ਰੁਪਏ ਤੇ ਨਾਨਕ ਕਿੱਥੇ ਆ? ਉਹ ਤਾਂ ਉਹਨਾਂ ਨੂੰ ਕਿੱਥੇ ਤੁਸੀਂ ਛੱਡ ਆਉਂਦਾ, ਉਹ ਕਿੱਥੇ ਰਹਿ ਗਿਆ ਗੁਰੂ ਨਾਨਕ ਦੇਵ ਸਾਡਾ ਪੁੱਤਰ? ਕੋਈ ਵਪਾਰ ਜਿਹੜੇ ਵਾਸਤੇ ਭੇਜਿਆ ਸੀ ਤੈਨੂੰ, ਕੋਈ ਉਹ ਵਪਾਰ ਉਹ ਸਮਾਨ ਕੋਈ ਖਰੀਦ ਕੇ ਲਿਆਂਦਾ ਜਾਂ ਏਦਾਂ ਹੀ ਮੁੜ ਆਏ ਹੋ? ਤੇ ਫਿਰ ਭਾਈ ਬਾਲਾ ਜੀ ਤੁਸੀਂ ਸਾਨੂੰ ਆ ਕੇ ਪਿੰਡ ਦੇ ਵਿੱਚ ਕੋਈ ਖਬਰ ਵੀ ਨਹੀਂ ਦਿੱਤੀ। ਤੇ ਨਾਨਕ ਦੇਵ ਮਹਾਰਾਜ ਨੂੰ ਕਿਹੜੀ ਨਗਰੀ ਦੇ ਵਿੱਚ ਤੁਸੀਂ ਛੱਡ ਆਏ ਹੋ, ਉਹ ਤੁਹਾਡੇ ਨਾਲ ਨਹੀਂ ਆਏ। ਜੇ ਕੋਈ ਰੁੱਸ ਗਏ ਸੀ ਤੁਹਾਡੇ ਨਾਲ, ਕੋਈ ਬੋਲ ਬਲਾਪ ਹੋ ਗਿਆ ਸੀ, ਤੇ ਫਿਰ ਉਹਨਾਂ ਨੂੰ ਤੁਸੀਂ ਮਨਾਇਆ ਕਿਉਂ ਨਹੀਂ ਤੇ ਉਹਨਾਂ ਦੇ ਨਾਲ ਤੁਸੀਂ ਮਿਲਵਰਤਨ ਕਿਉਂ ਨਹੀਂ ਕੀਤਾ? ਇਸ ਤਰ੍ਹਾਂ ਬਚਨ ਸੁਣ ਕੇ ਬਾਬਾ ਕਲਿਆਣ ਚੰਦ ਜੀ ਦੇ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਫਿਰ ਮੈਂ ਉਹਨਾਂ ਨੂੰ ਕਹਿਣਾ ਕੀਤਾ ਬਾਬਾ ਕਲਿਆਣ ਚੰਦ ਜੀ ਨੂੰ, ਜਿਸ ਤਰ੍ਹਾਂ ਇਹ ਸਾਰੀ ਬੀਤੀ ਸੀ ਜੋ 20 ਰੁਪਏ ਜੰਗਲ ਦੇ ਵਿੱਚ ਦੇ ਕੇ ਆਂਦੇ ਸਨ, ਉਹ ਸਾਧੂ ਸੰਤਾਂ ਨੂੰ ਪ੍ਰਸ਼ਾਦਾ ਭੋਜਨ ਪਾਣੀ ਛਕਾ ਦਿੱਤਾ ਮਹਾਰਾਜ ਨੇ,
ਉਹ ਜਿਹੜੀ ਬੀਤੀ ਸੀ ਸਾਰੀ, ਉਹ ਮੈਂ ਬਾਬਾ ਕਲਿਆਣ ਚੰਦ ਜੀ ਨੂੰ ਸਾਰੀ ਦੱਸਣਾ ਇਕ ਕੀਤੀ। ਕਾਨਨ ਮੈਂ ਹੁਤੇ ਫਕੀਰਾ। ਕਹਿੰਦਾ ਇੱਕ ਜੰਗਲ ਦੇ ਵਿੱਚ ਫਕੀਰ, ਸੰਤ ਮਹੰਤ, ਸੰਤਰੇਣ ਮਹੰਤ, ਉਹਨਾਂ ਦਾ ਇਸ ਤਰ੍ਹਾਂ ਸਾਰਾ ਉਹ ਟੋਲਾ ਸੀ ਜੰਗਲ ਦੇ ਵਿੱਚ ਫਕੀਰਾਂ ਦਾ। ਚਲੇ ਜਾਤ ਵੈਸੇ ਤਿਨ ਤੀਰਾ। ਤੇ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਡੇਰੇ ਦੇ ਵਿੱਚ ਜਾ ਬੈਠੇ ਉਹ ਸਾਧੂਆਂ ਦੇ ਕੋਲ। ਕਛੁਕ ਪਰਸਪਰ ਬੋਲਣ ਕੀਨਾ। ਤੇ ਫਿਰ ਆਪਸ ਵਿੱਚ ਉਹਨਾਂ ਨੇ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਕੀਤੀਆਂ, ਉਹ ਸੰਤਰੇਣ ਮਹੰਤ ਨੇ ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਭੋਜਨ ਹਿਤ ਤਿਨ ਕੋ ਧਨ ਦੀਨਾ। ਉਹ ਜਿਹੜੇ ਤੁਸੀਂ 20 ਰੁਪਏ ਦਿੱਤੇ ਸਨ, ਉਹ ਭੋਜਨ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਉਹ ਮਾਇਆ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਉਹ ਸਾਧੂ ਮਹੰਤਾਂ ਨੂੰ ਦੇ ਦਿੱਤੀ। ਕਹਿਣ ਲੱਗੇ ਪਿਤ ਆਇਸ ਜੈਸੀ। ਕਹਿਣ ਲੱਗੇ ਫਿਰ ਮੈਂ ਰੋਕਿਆ ਵੀ ਸੀ, ਫਿਰ ਕਹਿਣ ਲੱਗੇ ਜਿਵੇਂ ਮੇਰੇ ਪਿਤਾ ਜੀ ਦੀ ਆਗਿਆ ਨਾ ਵੀ ਖਰਾ ਸੌਦਾ ਕਰਕੇ ਆਉਣਾ, ਉਹ ਉਹਨਾਂ ਦੀ ਆਗਿਆ ਮੰਨ ਕੇ ਹੀ ਮੈਂ ਭਲੇ ਪੜਗ ਕੀ ਕੀਨੀ ਤੈਸੀ। ਇਸੇ ਤਰ੍ਹਾਂ ਉਹ ਗੱਲ ਨੂੰ ਮੰਨ ਕੇ ਹੀ ਮੈਂ ਇਸ ਤਰ੍ਹਾਂ ਦੀ ਨੀਤੀ ਕਰਨਾ ਕੀਤੀ ਹੈ, ਇਹ ਸੌਦਾ ਖੱਟਣਾ ਕੀਤਾ ਲਾਭ ਵਾਲਾ। ਜੇਕਰ ਦਰਬ ਕਰਨ ਮੁਰ ਆਏ। ਤੇ ਇਸ ਤਰ੍ਹਾਂ ਭਾਈ ਉਹਨਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ 20 ਰੁਪਏ ਧਨ ਦੇ ਕੇ ਫਿਰ ਘਰ ਨੂੰ ਵਾਪਸ ਚੱਲੇ ਆਏ ਸੀ। ਨਗਰ ਬਹਿਰ ਵੈਸੇ ਕਿਸ ਥਾਏ। ਤੇ ਕਿਸੇ ਥਾਂ ਤੇ ਨਗਰ ਦੇ ਬਾਹਰ ਹੀ ਅਸੀਂ ਆਏ ਤਾਂ ਇਕੱਠੀ ਸੀ, ਮੈਂ ਉੱਥੇ ਛੱਡ ਕੇ ਆਇਆ ਸੀ ਮਹਾਰਾਜ ਨੂੰ, ਮੈਂ ਘਰੇ ਆ ਗਿਆ, ਜਾ ਕੇ ਦੇਖੀਏ ਉਹ ਕਿਸੇ ਥਾਂ ਤੇ ਉੱਥੇ ਹੀ ਬੈਠੇ ਹੋਣਗੇ ਨਗਰ ਤੋਂ ਬਾਹਰ ਕਿਤੇ। ਕ੍ਰੋਧ ਕਰਨ ਤੁਮ ਤੇ ਡਰ ਧਰਕੈ। ਇਹ ਬਾਬਾ ਕਲਿਆਣ ਚੰਦ ਜੀ ਤੁਹਾਡੇ ਕ੍ਰੋਧ ਕਰਕੇ, ਗੁੱਸੇ ਕਰਕੇ ਵੀ ਪਿਤਾ ਜੀ ਤਾੜਨਗੇ, ਕ੍ਰੋਧ ਚ ਹੋਣਗੇ, ਇਸ ਕਰਕੇ ਨਗਰ ਤੋਂ ਬਾਹਰ ਹੀ ਡਰ ਕੇ ਗੁਰੂ ਨਾਨਕ ਦੇਵ ਜੀ ਕਿਤੇ ਬੈਠ ਗਏ ਹੋਣੇ ਆ। ਸਦਨ ਨ ਆਏ ਇਹ ਵਿਚਰਕੈ। ਇਹ ਗੱਲ ਵਿਚਾਰ ਕੇ ਨਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਘਰ ਨੂੰ ਨਹੀਂ ਆਏ ਹੋਣੇ, ਉਹ ਤੁਹਾਡੇ ਗੁੱਸੇ ਕਰਕੇ ਕਿਤੇ ਬਾਹਰ ਹੀ ਨਗਰ ਰਾਏ ਭੋਜ ਦੀ ਤਲਵੰਡੀ ਦੇ ਬੈਠ ਗਏ ਹੋਣੇ ਆ। ਅਸ ਸੁਣ ਕਾਲੂ ਕ੍ਰੋਧ ਨ ਥੋਰਾ। ਇਸ ਤਰ੍ਹਾਂ ਭਾਈ ਬਾਲਾ ਜੀ ਤੋਂ ਸੁਣੀ ਨਾ ਜਦੋਂ ਬਾਬਾ ਕਲਿਆਣ ਚੰਦ ਜੀ ਨੇ, ਕਹਿੰਦੇ ਭਾਈ ਕ੍ਰੋਧ ਨਾ ਥੋਰਾ, ਉਹਨੂੰ ਥੋੜਾ ਜਿੰਨਾ ਕ੍ਰੋਧ ਨਹੀਂ ਆਇਆ, ਭਾਵ ਬਹੁਤ ਜ਼ਿਆਦਾ ਕ੍ਰੋਧ ਆਇਆ, ਗੁੱਸੇ ਦੇ ਵਿੱਚ ਆਏ ਬਾਬਾ ਕਲਿਆਣ ਚੰਦ ਜੀ। ਪਰਸਤ ਕ੍ਰਿਤ ਜੋ ਪਾਵਕ ਜੋਰਾ। ਕਿਸ ਤਰ੍ਹਾਂ ਕਹਿੰਦੇ ਗੁੱਸਾ ਚੜਿਆ ਉਹਨਾਂ ਨੂੰ, ਜਿਵੇਂ ਕਹਿੰਦੇ ਭਾਈ ਬਲ ਦੀ ਅੱਗ ਦੇ ਉੱਪਰ ਘਿਓ ਪਾ ਦਈਏ ਉਹ ਹੋਰ ਵੀ ਤੇਜ਼ ਹੋ ਜਾਂਦੀ ਹੈ, ਇਸ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉੱਪਰ ਗੁੱਸਾ ਆਇਆ ਬਹੁਤ ਜ਼ਿਆਦੇ। ਕਹਿ ਕੇ ਮੁਝਕੋ ਦੇਹ ਬਤਾਈ। ਤੇ ਕਹਿਣ ਲੱਗੇ ਭਾਈ ਬਾਲਾ ਜੀ ਮੈਨੂੰ ਦੱਸਣਾ ਕਰੋ ਵੀ ਕਿੱਥੇ ਹੈ ਗੁਰੂ ਨਾਨਕ ਦੇਵ ਜੀ। ਸਰਬ ਸੰਗ ਬੈਸਿਓ ਜੇ ਥਾਈ। ਚੱਲ ਤੂੰ ਵੀ ਮੇਰੇ ਨਾਲ ਹੀ, ਜਿਹੜੇ ਥਾਂ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੈਠੇ ਨੇ। ਮੁਕਤੇ ਬੋਲਤ ਗਿਰਾ ਕਠੋਰਾ। ਤੇ ਮੁਖ ਤੋਂ ਬਾਬਾ ਕਲਿਆਣ ਚੰਦ ਆਪਣੇ ਬਹੁਤ ਜ਼ਿਆਦਾ ਕਰੜੇ ਬਚਨ, ਕੌੜੇ ਬਚਨ, ਕ੍ਰੋਧ ਵਾਲੇ ਬਚਨ ਬੋਲ ਰਹੇ ਨੇ। ਦੇਵ ਸੰਗ ਚਲਿਓ ਤਿਨ ਓਰਾ। ਮੈਨੂੰ ਨਾਲ ਲੈ ਕੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੈਠੇ ਸੀ ਉਸ ਥਾਂ ਵੱਲ ਨੂੰ ਚੱਲ ਪਏ ਨੇ ਬਾਬਾ ਕਲਿਆਣ ਚੰਦ ਜੀ। ਸੁਣੀ ਬਾਤ ਸਭ ਧਨ ਕੀ ਗਾਥਾ। ਜਦੋਂ ਇਸ ਤਰ੍ਹਾਂ ਭਾਈ ਮਾਤਾ ਜੀ ਨੇ ਤੇ ਇਹ ਧਨ ਦੀ ਬਾਤਾ ਜੋ ਗਾਥਾ ਹੈ ਭਾਈ ਬਾਲਾ ਜੀ ਤੋਂ ਸੁਣਨਾ ਕੀਤੀ ਸਾਰੀ। ਭੋਜਨ ਗਾ ਕਾਲੂ ਨਿਸ ਸਾਥਾ। ਤੇ ਭਾਈ ਬਾਬਾ ਕਲਿਆਣ ਚੰਦ ਜੀ ਵੀ ਖੋਜਣ ਗਾ ਉਸ ਤਰ੍ਹਾਂ ਲੱਭਣ ਵਾਸਤੇ ਤੇ ਕਾਲੂ ਦੇ ਨਾਲ ਚੱਲ ਪਏ ਨੇ। ਤੇ ਇਸ ਤਰ੍ਹਾਂ ਭਾਈ ਤੇ ਮਾਤਾ ਤ੍ਰਿਪਤਾ ਜੀ ਨੇ ਜਦੋਂ ਵੇਖਿਆ ਕਿ ਬੜੇ ਕ੍ਰੋਧ ਦੇ ਨਾਲ ਘਰੋਂ ਬਾਬਾ ਕਲਿਆਣ ਚੰਦ ਜੀ ਗਏ ਆ, ਇਹ ਗੱਲ ਜਦੋਂ ਮਾਤਾ ਤ੍ਰਿਪਤਾ ਜੀ ਨੇ ਵੀ ਸੁਣੀ ਨਾ, ਫਿਰ ਆਪਣੀ ਪੁੱਤਰੀ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਭੈਣ ਨੇ ਬੇਬੇ ਨਾਨਕੀ ਜੀ, ਉਹਨਾਂ ਨੂੰ ਮੰਗਰੀ ਹੀ ਭੇਜਣਾ ਕੀਤਾ। ਤੇ ਇਸ ਤਰ੍ਹਾਂ ਭਾਈ ਪਤ ਰਿਸ ਤੇ ਇਸ ਤਰ੍ਹਾਂ ਭਾਈ ਉਹ ਵੀ ਬਾਬਾ ਕਲਿਆਣ ਚੰਦ ਜੀ ਬਹੁਤ ਕ੍ਰੋਧ ਦੇ ਨਾਲ ਗਏ ਤੇ ਮਾਤਾ ਤ੍ਰਿਪਤਾ ਜੀ ਦਾ ਕਲੇਜਾ ਬਹੁਤ ਜ਼ਿਆਦਾ ਭਾਈ ਦੁਖੀ ਹੋਇਆ, ਹਿਰਦਾ ਦੁਖੀ ਹੋਇਆ ਮਾਤਾ ਜੀ ਦਾ। ਇਹ ਸੁਣ ਕੇ ਹੀ ਨਾਲੇ ਤਾਂ ਬੇਬੇ ਨਾਨਕੀ ਜੀ ਨੂੰ ਭੇਜ ਦਿੱਤਾ ਪਿੱਛੇ, ਫਿਰ ਜਿਹੜੇ ਮਹਾਰਾਜ ਦੇ ਘਰ ਦੇ ਵਿੱਚ ਦਾਸ ਸਨ, ਨੌਕਰ ਆਦਿਕ ਤੇ ਨੌਕਰਾਣੀਆਂ ਆਦਿਕ, ਉਹ ਦਾਸਾਂ ਨੂੰ ਵੀ ਪਿੱਛੇ ਹੀ ਭੇਜ ਦਿੱਤਾ ਬਾਬਾ ਕਲਿਆਣ ਚੰਦ ਜੀ ਦੇ। ਤੇ ਫਿਰ ਜਦੋਂ ਇਸ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਗੁੱਸੇ ਦੇ ਵਿੱਚ ਜਾਂਦੇ ਆ ਤੇ ਜਿਹੜੇ ਹੋਰ ਲੋਕ ਖੜੇ ਆ
ਤੇ ਉਹ ਵੀ ਭਾਈ ਫਿਰ ਦੇਖਣ ਵਾਸਤੇ ਮੰਗ ਰਹੀ ਚੱਲ ਪਏ ਨੇ। ਬਹਿਰ ਜਾਏ ਤਿਤ ਜਲ ਬਿਨ ਤਾਲਾ। ਤੇ ਬਹਿਰ ਜਾਏ, ਕਹਿੰਦੇ ਭਾਈ ਬਾਹਰ ਗਏ ਆ ਜਿੱਥੇ ਜਲ ਬਿਨ ਤਾਲਾ, ਜਿੱਥੇ ਉਹ ਸਰੋਵਰ ਹੈ ਜਿਹੜਾ ਪਾਣੀ ਤੋਂ ਬਿਨਾ ਸੁੱਕਾ ਤਲਾਅ ਹੈ। ਵੈਸੇ ਨੀਵ ਸਥਾਨ ਕਿਰਪਾਲਾ। ਉਹ ਨੀਵੇਂ ਜੇ ਥਾਂ ਦੇ ਵਿੱਚ ਕਿਰਪਾ ਦੇ ਘਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੈਠੇ ਹੋਏ ਨੇ। ਪਗ ਲੁਕਿਓ ਕਾਲੂ ਜਿਹ ਕਾਲਾ। ਤੇ ਬਾਬਾ ਕਲਿਆਣ ਚੰਦ ਜੀ ਨੇ ਜਦੋਂ ਵੇਖਿਆ ਨਾ ਵੀ ਆ ਬੈਠੇ ਨੇ ਗੁਰੂ ਨਾਨਕ ਦੇਵ ਜੀ, ਬੋਲਿਓ ਭਾ ਗੁਰਬਚਨ ਵਿਸਾਲਾ। ਤੇ ਇਸ ਤਰ੍ਹਾਂ ਫਿਰ ਬਾਬਾ ਕਲਿਆਣ ਚੰਦ ਜੀ ਬੜੇ ਮਾੜੇ ਬਚਨ, ਕ੍ਰੋਧ ਵਾਲੇ ਬਚਨ ਬਹੁਤ ਜ਼ਿਆਦੇ ਗੁਰੂ ਨਾਨਕ ਦੇਵ ਜੀ ਨੂੰ ਬੋਲ ਰਹੇ ਨੇ। ਕਹਿ ਕਰ ਬੁਝਤ ਰਿਸ ਕਰ ਭਾਰੀ। ਕਹਿੰਦੇ ਕਿ ਮਹਾਰਾਜ ਦੀ ਬਾਹ ਫੜ ਲਈ ਬਾਬਾ ਕਲਿਆਣ ਚੰਦ ਜੀ ਨੇ, ਬਹੁਤ ਗੁੱਸੇ ਦੇ ਨਾਲ ਮਹਾਰਾਜ ਨੂੰ ਕਹਾ ਕਾਰਤਿਕ ਸਗਲ ਉਜਾਰੀ। ਕੀ ਆਖਿਆ? ਕਹਿਣ ਲੱਗੇ ਓਏ ਘਰ ਉਜਾੜਨ ਵਾਲਿਆ, ਪੈਸੇ ਦਿੱਤੇ ਸੀ ਜਿਹੜੇ ਤੈਨੂੰ ਉਹ ਕਿੱਥੇ ਆ? ਕਹਾ ਬਣਜ ਜੋ ਤੈ ਕਰ ਲਿਆਇਓ। ਉਹ ਕਿੱਥੇ ਆ? ਉਹ ਸੌਦਾ ਪੱਤਾ ਜਿਹੜਾ ਤੈਨੂੰ ਵਪਾਰ ਕਰਕੇ ਲੈ ਕੇ ਆਇਆ ਤੂੰ। ਕਰ ਜਨਮਿਓ ਮਮ ਨਾਮ ਗਵਾਇਓ। ਉਹ ਜਦੋਂ ਦਾ ਤੂੰ ਮੇਰੇ ਘਰ ਦੇ ਵਿੱਚ ਜਨਮ ਲਿਆ ਨਾ, ਉਹ ਜਿਹੜਾ ਮੇਰਾ ਨਾਮ ਬਣਿਆ ਹੋਇਆ ਸੀ ਨਾ ਵੀ ਬਹੁਤੀ ਮਾਇਆ ਕਮਾਉਣ ਵਾਲਾ ਬਾਬਾ ਕਲਿਆਣ ਚੰਦ ਜੀ ਪਹਿਲੇ ਨੰਬਰ ਤੇ ਹੈ, ਉਹ ਸਾਰਾ ਤੂੰ ਮੇਰਾ ਉਹ ਗਵਾ ਦਿੱਤਾ ਹੈ। ਸੁਨ ਕਮਲਾਨਨ ਤੁਸ਼ਨ ਠਾਨੀ। ਇਹ ਬਾਬਾ ਕਲਿਆਣ ਚੰਦ ਜੀ ਬੜੇ ਕ੍ਰੋਧ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਆਖ ਰਹੇ ਹੈ, ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੂਸ਼ਨ ਠਾਨੀ ਚੁੱਪ ਧਾਰਨਾ ਕੀਤੀ ਹੈ। ਨਿਤ ਬੁਲਾਏ ਨਹਿ ਬੋਲਤ ਬਾਣੀ। ਤੇ ਪਿਤਾ ਬਾਬਾ ਕਲਿਆਣ ਚੰਦ ਜੀ ਪੁੱਛੀ ਜਾਂਦੇ ਆ ਵੀ ਕਿੱਥੇ 20 ਰੁਪਏ ਹੈ? ਉਹ ਘਰ ਉਜਾੜਨ ਵਾਲਿਆ, ਕਿੱਥੇ ਤੇਰਾ ਸੌਦਾ ਪਤਾ ਦਿਖਾ ਮੈਨੂੰ ਜਿਹੜਾ ਤੂੰ ਲੈ ਕੇ ਆਇਆ। ਇਸ ਤਰ੍ਹਾਂ ਪਿਤਾ ਬੁਲਾਏ, ਬਾਬਾ ਕਲਿਆਣ ਚੰਦ ਜੀ ਬੋਲਦੇ ਆ, ਪੁੱਛਦੇ ਆ ਨਹਿ ਬੋਲਤ ਬਾਣੀ, ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੋਈ ਅੱਗੋਂ ਜਵਾਬ ਨਹੀਂ ਦੇ ਰਹੇ। ਜਾਤੇ ਅਧਿਕ ਕ੍ਰੋਧ ਕਰ ਕਾਲੂ। ਇਸ ਕਰਕੇ ਵੀ ਕੁਝ ਬੋਲਦੇ ਵੀ ਨਹੀਂ, ਇੱਕ ਘਰੋਂ 20 ਰੁਪਏ ਦਿੱਤੇ ਉਹ ਵੀ ਗਵਾਏ। ਇਸ ਤਰ੍ਹਾਂ ਨਾ ਮਹਾਰਾਜ ਜਦੋਂ ਬੋਲਦੇ ਨਹੀਂ ਫਿਰ ਬਹੁਤ ਜ਼ਿਆਦਾ ਬਾਬਾ ਕਲਿਆਣ ਚੰਦ ਜੀ ਨੇ ਗੁੱਸਾ ਕਰਕੇ ਕਰੀ ਤਾੜਨਾ ਤਰਾਸ ਵਿਸਾਲੂ। ਫਿਰ ਬਹੁਤ ਜ਼ਿਆਦਾ ਤਾੜਨਾ ਕੀਤੀ ਹੈ। ਦਹਿਣ ਹਾਥ ਤੇ ਬਾਮ ਕਪੂਲਾ। ਕਹਿੰਦੇ ਭਾਈ ਦਹਿਣ ਹੱਥ ਤੇ, ਕਹਿੰਦੇ ਆਪਣੇ ਸੱਜੇ ਹੱਥ ਦੇ ਨਾਲ ਨਾ, ਤੇ ਦਹਿਣ ਹੱਥ ਤੇ ਸੱਜੇ ਹੱਥ ਦੇ ਨਾਲ ਬਾਮ ਕਪੂਲਾ ਖੱਬੀ ਗੱਲ ਤੇ ਗੁਰੂ ਨਾਨਕ ਦੇਵ ਜੀ ਦੇ ਹਮੇ ਤਮਾਚੇ ਪਲ ਸੋ ਤੋਲਾ। ਆਪਣਾ ਉਹ ਹੱਥ ਨੂੰ ਤੋਲ ਕੇ ਨਾ ਚੰਗੀ ਤਰ੍ਹਾਂ, ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸੱਜੇ ਹੱਥ ਨਾਲ ਖੱਬੀ ਗੱਲ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਥੱਪੜ ਮਾਰਿਆ ਬਾਬਾ ਕਲਿਆਣ ਚੰਦ ਜੀ ਨੇ। ਬਾਮ ਹਾਥ ਤੈ ਦਹਿਣ ਗੰਡ ਸਥਲ। ਕਹਿੰਦੇ ਫਿਰ ਬਾਮ ਹੱਥ ਤੇ ਖੱਬੇ ਹੱਥ ਦੇ ਨਾਲ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੱਜੀ ਗੱਲ ਤੇ ਆ ਪੁੜਪੜੀਆਂ ਦੇ ਕੋਲ ਇੱਕ ਖੱਬੇ ਹੱਥ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਾਬਾ ਕਲਿਆਣ ਚੰਦ ਜੀ ਨੇ ਪੂਰੇ ਕ੍ਰੋਧ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਖੱਬੀ ਗੱਲ ਤੇ ਵੀ ਮਹਾਰਾਜ ਨੇ ਥੱਪੜ ਮਾਰਿਆ। ਹਨੇ ਚਪੇਟਣ ਰਿਸ ਕਰ ਨਿਜਬਲ। ਤੇ ਆਪਣੇ ਪੂਰੇ ਬਲ ਦੇ ਨਾਲ ਮਹਾਰਾਜ ਦੇ 2 ਥੱਪੜ ਮਾਰੇ ਐ, ਸੱਜੀ ਗੱਲ ਤੇ ਵੀ ਮਾਰਿਆ ਭਾਈ, ਸੱਜੇ ਹੱਥ ਨਾਲ ਖੱਬੀ ਗੱਲ ਤੇ ਮਾਰਿਆ ਤੇ ਖੱਬੇ ਹੱਥ ਨਾਲ ਸੱਜੀ ਗੱਲ ਤੇ ਪੂਰੇ ਬਲ ਦੇ ਨਾਲ ਮਾਰਿਆ ਬਾਬਾ ਕਲਿਆਣ ਚੰਦ ਜੀ ਨੇ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅੱਖਾਂ ਦੇ ਵਿੱਚੋਂ ਅਥਰੂ ਡਿੱਗ ਰਹੇ ਐ, ਪਾਣੀ ਡਿੱਗ ਰਿਹਾ ਹੈ। ਤੇ ਕਹਿੰਦੇ ਭਾਈ ਜਿਵੇਂ ਬਹੁਤੀ ਪੀੜਾ ਮੰਨੀ ਹੋਵੇ ਨਾ, ਤੇ ਜਦੋਂ ਮਾਰਿਆ ਮਹਾਰਾਜ ਦੇ ਥੱਪੜ ਬਾਬਾ ਕਲਿਆਣ ਚੰਦ ਜੀ ਨੇ, ਕਹਿੰਦੇ ਉਸੇ ਟਾਈਮ ਹੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਅੱਖਾਂ ਦੇ ਵਿੱਚੋਂ ਪਾਣੀ ਡਿੱਗਣ ਲੱਗ ਪਿਆ, ਪਾਣੀ ਵਹਿ ਚੱਲਿਆ ਹੈ। ਕਵੀ ਜੀ ਕਹਿੰਦੇ ਭਾਈ ਕਿਸ ਤਰ੍ਹਾਂ ਪਾਣੀ ਡਿੱਗਦਾ ਅੱਖਾਂ ਦੇ ਵਿੱਚੋਂ? ਮੰਨ ਲਓ ਕਹਿੰਦੇ ਭਾਈ ਜਿਹੜੇ 2 ਮੱਛ ਨੇ ਪਾਣੀ ਦੇ ਵਿੱਚ ਫਿਰਦੇ ਹੋਣ, ਉਹ ਪਾਣੀ ਪੀ ਕੇ ਪਾਣੀ ਦੇ ਵਿੱਚੋਂ, ਤੇ ਇਸ ਤਰ੍ਹਾਂ ਭਾਈ ਫਿਰ ਉਹ ਮੂੰਹ ਦੇ ਵਿੱਚੋਂ ਪਾਣੀ ਉਗਲਾਸ਼ਦੇ ਹੋਣ, ਕੱਢਦੇ ਹੋਣ, ਪਹਿਲਾਂ ਪਾਣੀ ਪੀਂਦੇ ਹੋਣ ਤੇ ਮੂੰਹ ਵਿੱਚ ਦੀ ਪਾਣੀ ਕੱਢੀ ਜਾਂਦੇ ਹੋਣ। ਇਸੇ ਤਰ੍ਹਾਂ ਦੋਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਜਿਵੇਂ ਪਾਣੀ ਮੱਛ ਪਾਣੀ ਉਗਲਾਛ ਰਹੇ ਹੋਣ, ਇਸ ਤਰ੍ਹਾਂ ਪਾਣੀ ਮਹਾਰਾਜ ਦੇ ਅੱਖਾਂ ਦੇ ਵਿੱਚੋਂ ਡਿੱਗ ਰਿਹਾ ਹੈ। ਤੇ ਇਸ ਤਰ੍ਹਾਂ ਭਾਈ
ਕਹਿੰਦੇ ਭਰੇ ਕਮਲ ਦਲ। ਇਸ ਤਰ੍ਹਾਂ ਭਾਈ ਕਹਿੰਦੇ ਜਿਹੜਾ ਜਲ ਜਿਉਂ ਸੋਭਾ, ਜਿਵੇਂ ਜਲ ਦੀ ਸੋਭਾ ਹੁੰਦੀ ਹੈ ਨਾ, ਭਰਿਆ ਹੋਵੇ ਤੇ ਵਿੱਚ ਕਮਲ ਦੇ ਫੁੱਲ ਹੋਣ, ਇਸੇ ਤਰ੍ਹਾਂ ਬੁੱਧਨ ਪਾਰੇ ਮੁਕਤਾ ਸ਼ਮੂਪਾ। ਤੇ ਭਾਈ ਉਹ ਸਰੋਵਰ ਦੇ ਵਿੱਚ ਕਵਲ ਹੋਣ, ਉਹ ਕਵਲਾਂ ਦੇ ਉੱਪਰ, ਉਹ ਫੁੱਲਾਂ ਦੇ ਉੱਪਰ ਪਾਣੀ ਦੀਆਂ ਬੂੰਦਾਂ ਪਈਆਂ ਹੋਣ, ਤੇ ਉਹ ਕਿੰਨੀ ਸ਼ੋਭਾ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਭਾਈ ਮਹਾਰਾਜ ਦੇ ਅੱਖਾਂ ਦੇ ਵਿੱਚੋਂ ਪਾਣੀ ਇਸ ਤਰ੍ਹਾਂ ਫਬ ਰਿਹਾ, ਡਿੱਗ ਰਿਹਾ ਹੈ। ਸ਼ੋਭਤ ਪਾਰੇ ਗਏ ਨੀਲ ਕਪੂਲਾ। ਤੇ ਮਹਾਰਾਜ ਦੇ ਜੋ ਚਿੱਟੀਆਂ ਗੱਲਾਂ ਦੇ ਉੱਪਰ ਤੇ ਨੀਲੇ ਨੀਲੇ ਨਿਸ਼ਾਨ ਪੈ ਗਏ ਹਨ। ਜੋ ਉਤਪਲ ਪਰ ਅਣਿਲ ਅਡੋਲਾ। ਕਹਿੰਦੇ ਭਾਈ ਜਿਵੇਂ ਕਵਲ ਦੇ ਫੁੱਲ ਦੇ ਉੱਪਰ ਪਾਣੀ ਦੀਆਂ ਬੂੰਦਾਂ ਟਿਕੀਆਂ ਹੋਣ, ਜਾਂ ਅਥਵਾ ਜੋ ਕਵਲ ਦੇ ਫੁੱਲ ਦੇ ਉੱਪਰ ਭੌਰੇ ਬੈਠੇ ਹੋਣ ਭਾਈ ਕਾਲੇ ਰੰਗ ਦੇ, ਇਸ ਤਰ੍ਹਾਂ ਉਹ ਮਹਾਰਾਜ ਦੇ ਮੁਖ ਦੀ ਸ਼ੋਭਾ ਚਿੱਟੀਆਂ ਗੱਲਾਂ ਦੇ ਉੱਪਰ ਨੀਲੇ ਨਿਸ਼ਾਨ ਪੈ ਗਏ ਆ, ਜਿੱਥੇ ਬਾਬਾ ਕਲਿਆਣ ਚੰਦ ਜੀ ਨੇ ਥੱਪੜ ਮਾਰੇ ਨੇ। ਕਦੋਂ ਜਾਂ ਫਿਰ ਇਹ ਕਹਿ ਲੋ ਜਿਹੜਾ ਕਲੰਕ ਤੋਂ ਰਹਿਤ ਚੰਦਰਮਾ ਹੈ, ਤੇ ਉਹ ਜਦੋਂ ਗੌਤਮ ਨਾਰ ਹਿੱਲਿਆ ਤਾਰੀ, ਉਹ ਜਿਹੜੀ ਗੌਤਮ ਰਿਖੀ ਦੀ ਨਾਰ ਸੀ ਹਿੱਲਿਆ, ਉਹਦੇ ਘਰ ਦੇ ਵਿੱਚ ਜਦੋਂ ਇੰਦਰ ਨੇ ਦੁਰਕਰਮ ਕਮਾਇਆ, ਤੇ ਇਹ ਸੂਰਜ ਵੀ ਭਾਈ ਪਹਿਰੇਦਾਰ ਬਣਿਆ ਹੋਇਆ ਸੀ। ਜਦੋਂ ਉਹ ਆਇਆ, ਉਹਨੇ ਆਪਣੀ ਜੋ ਮਿਰਗਸ਼ਾਲਾ ਧੋਤੀ ਜੀ ਸੀ ਇਸ ਚੰਦਰਮਾ ਦੇ ਮਾਰੀ, ਤੇ ਇਹਨੂੰ ਸਰਾਪ ਦਿੱਤਾ ਵੀ ਜਾ ਸਾਰੀ ਉਮਰ ਕਲੰਕੀ ਰਹੇਗਾ। ਇਸ ਤਰ੍ਹਾਂ ਭਾਈ ਜਿਵੇਂ ਜਿਹੜਾ ਕਲੰਕ ਤੋਂ ਰਹਿਤ ਚੰਦਰਮਾ ਸੀ, ਤੇ ਉਹ ਗੌਤਮ ਰਿਖੀ ਨੇ ਉਹਦੇ ਭਾਈ ਗਿੱਲੀ ਧੋਤੀ ਜਦੋਂ ਮੁਖ ਤੇ ਮਾਰੀ ਚੰਦਰਮਾ ਦੇ, ਤੇ ਕਹਿਣ ਲੱਗੇ ਉਹ ਕਲੰਕੀ ਹੋ ਗਿਆ ਚੰਦਰਮਾ। ਅੱਜ ਵੀ ਗ੍ਰਹਿਣ ਲੱਗਦਾ ਚੰਦਰਮਾ ਨੂੰ। ਕਹਿੰਦੇ ਭਾਈ ਜਿਵੇਂ ਉਹ ਕਲੰਕ ਤੋਂ ਰਹਿਤ ਚੰਦਰਮਾ ਕਲੰਕੀ ਹੋ ਗਿਆ ਸੀ, ਇਸੇ ਤਰ੍ਹਾਂ ਹੀ ਮਹਾਰਾਜ ਜੀ ਦਾ ਮੁਖ ਹੈ ਜਿਹੜਾ ਕਲੰਕ ਤੋਂ ਰਹਿਤ, ਉਹ ਨੀਲ ਪੈ ਗਏ ਹਨ। ਉਸੇ ਟਾਈਮ ਹੀ ਜੋ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਜੀ ਦੀ ਭੈਣ ਜੋ ਮਾਤਾ ਤ੍ਰਿਪਤਾ ਜੀ ਨੇ ਮੰਗਰ ਭੇਜੀ ਹੈ, ਉਸੇ ਟਾਈਮ ਕੋਲ ਪਹੁੰਚ ਗਈ ਹੈ ਬਾਬਾ ਕਲਿਆਣ ਚੰਦ ਆਪਣੇ ਭਰਾਤਾ ਗੁਰੂ ਨਾਨਕ ਦੇਵ ਜੀ ਦੇ। ਤੇ ਪਿਤ ਕਰ ਗਹਿਓ, ਪਿਤਾ ਦਾ ਜਿਹੜਾ ਹੱਥ ਸੀ ਬਾਬਾ ਕਲਿਆਣ ਚੰਦ ਜੀ ਦਾ, ਭੈਣ ਬੇਬੇ ਨਾਨਕੀ ਜੀ ਨੇ ਫੜ ਲਿਆ ਹੈ। ਤੇ ਫਿਰ ਜਿਹੜੇ ਭਾਈ ਪਿੱਛੇ ਲੋਕ ਵੀ ਆਏ ਸਨ ਦੇਖਣ ਵਾਸਤੇ ਰਾਏ ਭੋਏ ਦੀ ਤਲਵੰਡੀ ਦੇ, ਤੇ ਬਹੁਤ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਨੂੰ ਰੋਕਣਾ ਕੀਤਾ, ਫਿਰ ਬੜੇ ਤਰੀਕਿਆਂ ਦੇ ਨਾਲ ਸਮਝਾਉਣਾ ਵੀ ਕੀਤਾ ਬਾਬਾ ਕਲਿਆਣ ਚੰਦ ਜੀ ਨੂੰ। ਤੇ ਇਸ ਤਰ੍ਹਾਂ ਫਿਰ ਸੁੱਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਾਲ ਲੈ ਕੇ, ਤੇ ਇਸ ਤਰ੍ਹਾਂ ਭਾਈ ਉਹ ਜਿੰਨੇ ਵੀ ਨਰ ਆਏ ਸਨ ਰਾਏ ਭੋਏ ਦੀ ਤਲਵੰਡੀ ਦੇ, ਤੇ ਗੁਰੂ ਨਾਨਕ ਦੇਵ ਸੇ ਮਹਾਰਾਜ ਜੀ ਦਾ ਮੁਖ ਉਹ ਸਾਫ਼ ਕਰਦੇ ਐ ਪ੍ਰੇਮ ਦੇ ਸਹਿਤ। ਫਿਰ ਕੋਮਲ ਬਾਣੀ ਆਖ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਦਿਲਾਸਾ ਵੀ ਦਿੰਦੇ ਨੇ, ਤੇ ਹੌਲੀ ਹੌਲੀ ਦਿਲਾਸਾ ਦਿੰਦਿਆਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਰਾਏ ਭੋਏ ਦੀ ਤਲਵੰਡੀ ਵੱਲ ਆ ਪਹੁੰਚੇ ਨੇ ਨਗਰ ਦੇ ਵਿੱਚ। ਤੇ ਜਿਹੜੀ ਮਾਤਾ ਵੀ ਹੈ ਭਾਈ ਆਪਣੇ ਪੁੱਤਰ ਦੇ ਪਿਆਰ ਦੇ ਵਿੱਚ ਕਹਿੰਦੇ ਤਲਵੰਡੀ ਨਗਰ ਤੋਂ ਬਾਹਰ ਆ ਗਈ ਹੈ, ਤੇ ਇੱਧਰ ਨੂੰ ਹੀ ਵੇਖੀ ਜਾਂਦੀ ਹੈ ਜਿੱਧਰ ਨੂੰ ਬਾਬਾ ਕਲਿਆਣ ਚੰਦ ਜੀ ਲੈਣ ਵਾਸਤੇ ਆਇਆ ਗੁਰੂ ਨਾਨਕ ਦੇਵ ਜੀ ਨੂੰ। ਕਹਿੰਦੇ ਬਹੁਤ ਜ਼ਿਆਦਾ ਪ੍ਰੇਮ ਕਰਕੇ ਰਾਏ ਭੋਏ ਦੀ ਤਲਵੰਡੀ ਨਗਰ ਦੇ ਵਿੱਚੋਂ ਮਾਤਾ ਤ੍ਰਿਪਤਾ ਜੀ ਬਾਹਰ ਆ ਗਏ ਹੈ। ਮਹਾਰਾਜ ਜੀ ਦਾ ਰਾਹ ਵੇਖਦਿਆਂ ਕਹਿੰਦੇ ਭਾਈ ਸਹਿਤ ਜਲ ਦੇ ਜਦੋਂ ਨੇਤਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੇਖਣਾ ਕੀਤੇ ਹੈ ਮਾਤਾ ਤ੍ਰਿਪਤਾ ਜੀ ਨੇ, ਤੇ ਕਹਿੰਦੇ ਬਹੁਤ ਪ੍ਰੇਮ ਦਾ ਮਾਤਾ ਜੀ ਦੇ ਵੀ ਅੰਦਰ ਉਛਾਲਾ ਵੱਜਣਾ ਕੀਤਾ ਜਿਹੜਾ ਰੋਕਿਆ ਨਹੀਂ ਜਾ ਰਿਹਾ। ਤੇ ਮਾਤਾ ਜੀ ਨੇ ਵੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਗਲੇ ਲਾ ਲਿਆ, ਤੇ ਫਿਰ ਨੇਤਰਾਂ ਦੇ ਵਿੱਚੋਂ ਭਾਈ ਇਸ ਤਰ੍ਹਾਂ ਜਲ ਭਰ ਆਇਆ ਵਿਰਾਗ ਦੇ ਨਾਲ ਮਾਤਾ ਜੀ ਦਾ ਵੀ। ਤੇ ਕਹਿੰਦੇ ਭਾਈ ਇਹਨਾਂ ਮਾਤਾ ਜੀ ਨੇ ਆਪਣੇ ਹੰਝੂ ਛਿੱਟੇ ਕਹਿੰਦੇ ਮਹਾਰਾਜ ਦੇ ਸਾਰੇ ਅੰਗ ਭਿਉਂ ਦਿੱਤੇ। ਇਹਨਾਂ ਵਿਰਾਗ ਦੇ ਵਿੱਚ ਆ ਕੇ ਮਾਤਾ ਜੀ ਨੇ ਆਪਣਾ ਰੋਣਾ ਕੀਤਾ, ਅੱਖਾਂ ਦੇ ਵਿੱਚ ਅਥਰੂ ਸੁੱਟਣਾ ਕੀਤੇ ਨੇ, ਤੇ ਆ ਕੇ ਘਰ ਦੇ ਵਿੱਚ
ਆਪਣੇ ਪੁੱਤਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਫਿਰ ਭਾਈ ਮੁਖ ਵੇਖਿਆ ਪੋਸ਼ਤ ਚਾਰ ਬਿਲੋਚਨ ਬਾਰੀ ਤੇ ਚਾਰ ਬੜੇ ਸੁੰਦਰ ਤਰੀਕੇ ਦੇ ਨਾਲ ਮਹਾਰਾਜ ਦੇ ਮੁਖ ਨੂੰ ਪੂੰਝਣਾ ਕੀਤਾ, ਨੇਤਰਾਂ ਨੂੰ ਜਿਨ੍ਹਾਂ ਦੇ ਵਿੱਚੋਂ ਜਲ ਆ ਰਿਹਾ ਸੀ। ਸੁਤਨਾ ਕਰਹੁ ਕਾਰਜ ਅਬ ਕੋ ਫਿਰ ਮਾਤਾ ਜੀ ਕਹਿਣ ਲੱਗੇ, ਪੁੱਤਰ ਗੁਰੂ ਨਾਨਕ ਦੇਵ ਜੀ ਤੁਸੀਂ ਹੁਣ ਕੋਈ ਕੰਮ ਨਹੀਂ ਕਰਨਾ, ਵਿਜਰਹੁ ਪੁਰ ਬਹੇ ਸਵਿਛਾ ਹੋ ਜਿਵੇਂ ਤੁਹਾਡੀ ਇੱਛਾ ਨਾ ਉਸੇ ਤਰ੍ਹਾਂ ਹੀ ਨਗਰ ਦੇ ਵਿੱਚ ਤੁਸੀਂ ਵਿਚਰਨਾ ਕਰਿਓ। ਹੁਣ ਜੇ ਨਾ ਕਰਹੁਗੇ ਕੋ ਵਿਵਹਾਰਾ ਜੇ ਕੋਈ ਕੰਮਕਾਰ ਤੁਸੀਂ ਨਹੀਂ ਵੀ ਕਰੋਗੇ ਯਹ ਵਿਗ੍ਰਹਿ ਕਛ ਹੋਏ ਨ ਰਾਰਾ ਤੇ ਕੁਛ ਨਹੀਂ ਵਿਗਾੜ ਹੋ ਚੱਲਿਆ, ਬਹੁਤ ਰੱਬ ਦਾ ਦਿੱਤਾਗਾ। ਜੇ ਤੁਸੀਂ ਨਾ ਵੀ ਕੰਮ ਕਰੋਗੇ ਤਾਂ ਕੁਛ ਨਹੀਂ ਹੁੰਦਾ। ਸਦਨ ਦੀਨ ਸੁਖ ਸਰਬ ਵਿਦਾਤਾ ਉਹ ਸਰਬ ਵਿਧਾਤਾ ਜੋ ਸਾਰਿਆਂ ਨੂੰ ਦੇਣ ਵਾਲਾ ਫਲਵਰ ਦਾਤਾ ਵਾਹਿਗੁਰੂ ਹੈ, ਉਹਨੇ ਆਪਣੇ ਘਰ ਵਿੱਚ ਬਹੁਤ ਕੁਝ ਦਿੱਤਾ ਹੋਇਆ ਹੈ ਬੈਠੇ ਸਦਾ ਰਹੁ ਰੰਗ ਰਾਤਾ ਤੇ ਸਦਾ ਹਮੇਸ਼ਾ ਹੀ ਤੁਸੀਂ ਬੈਠੇ ਰਹੋ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ। ਏਤਿਕ ਮਾਨਵ ਦੇਖਣ ਹਾਰੇ ਤੇ ਜਿੰਨੇ ਵੀ ਮਨੁੱਖ ਉਥੇ ਦੇਖਣ ਵਾਲੇ ਸਨ ਜਦ ਪਦ ਗਏ ਰਾਏ ਕੇ ਦਵਾਰੇ ਤੇ ਫਿਰ ਉਸੇ ਤਰ੍ਹਾਂ ਹੀ ਭਾਈ ਜਸਪਦ ਗਏ, ਛੇਤੀ ਦਿਨ ਰਾਏ ਬੁਲਾਰ ਦੇ ਘਰ ਚਲੇ ਗਏ ਹਨ, ਜੇ ਕੈਸਿਓ ਨਿਜ ਸਭਾ ਲਗਾਈ ਜਿੱਥੇ ਰਾਏ ਬੁਲਾਰ ਜੀ ਆਪਣੀ ਸਭਾ ਲਾ ਕੇ ਬੈਠਾ ਹੋਇਆ ਸੀ। ਕਹਾਂ ਜਾਏ ਸਭ ਬਾਤ ਸੁਣਾਈ ਉੱਥੇ ਜਾ ਕੇ ਰਾਏ ਬੁਲਾਰ ਦੇ ਦਰਬਾਰ ਦੇ ਵਿੱਚ ਜਿੱਥੇ ਸਭਾ ਲਾਈ ਬੈਠਾ ਹੈ, ਉੱਥੇ ਸਾਰੀ ਗੱਲਬਾਤ ਇਹ ਜੋ ਹੋਈ ਸੁਣਾਉਣਾ ਕੀਤੀ ਹੈ ਉਹ ਲੋਕਾਂ ਨੇ। ਬੀਸਰ ਜਿਤ ਬਣ ਕਾਲੂ ਨੰਦਨ ਕਹਿਣ ਲੱਗੇ, ਰਾਜਾ ਜੀ ਜੋ 20 ਰੁਪਏ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਪੁੱਤਰ ਨੂੰ ਦਿੱਤੇ ਸਨ ਦੀਨੇ ਸੰਤਨ ਕੋ ਕਰ ਬੰਦਨ ਤੇ ਉਹ ਜਿਹੜੇ ਵਪਾਰ ਕਰਨ ਵਾਸਤੇ 20 ਰੁਪਏ ਆਪਣੇ ਪੁੱਤਰ ਨੂੰ ਦਿੱਤੇ ਸਨ ਨਾ, ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੇ ਸਾਧੂਆਂ ਨੂੰ ਨਮਸਕਾਰ ਕਰਕੇ ਉਹ ਸੰਤਾਂ ਨੂੰ ਭੇਟਾ ਚੜਾ ਦਿੱਤੇ ਸੀ। ਦਇਆ ਜੁਗਤ ਜਿਵ ਮ੍ਰਿਦੁਲ ਸੁਭਾਉ ਜਿਨ੍ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਦਇਆ ਦਾ ਘਰ ਹੈ, ਦਇਆ ਦੇ ਸਹਿਤ ਹਨ ਤੇ ਜਿਨ੍ਹਾਂ ਦਾ ਬੜਾ ਕੋਮਲ ਸੁਭਾਅ ਹੈ, ਨਿਮਰਤਾ ਵਾਲਾ। ਨਗਣ ਸੁਦਾਤੁਰ ਦੇਖਣਾ ਸਕਾਉ ਮਹਾਰਾਜ ਰਾਜਾ ਜੀ ਉਹ ਤਾਂ ਕਿਸੇ ਨੰਗੇ ਭੁੱਖੇ ਨੂੰ ਵੇਖ ਨਹੀਂ ਸਕਦੇ ਕਾਲੂ ਫਣੇ ਚਪੇਟਣ ਜੋਰਾ ਤੇ ਉਹ ਇਸ ਤਰ੍ਹਾਂ 20 ਰੁਪਏ ਉਹ ਸਾਧੂਆਂ ਨੂੰ ਵੇਖਿਆ ਹੈ, ਕਿਉਂਕਿ ਉਹ ਕਿਸੇ ਨੂੰ ਨੰਗਾ ਭੁੱਖਾ ਨਹੀਂ ਵੇਖ ਸਕਦੇ। ਤੇ ਬਾਬਾ ਕਲਿਆਣ ਚੰਦ ਜੀ ਨੇ ਬੜੇ ਜ਼ੋਰ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਥੱਪੜ ਚਪੇੜਾਂ ਆਦਿਕ ਮਾਰਨਾ ਕੀਤੀਆਂ ਨੇ। ਅਤ ਤਰਾਸਤ ਜੇ ਦਰਸ਼ਨ ਥੋਰਾ ਮਹਾਰਾਜ ਬੜਾ ਉਹ ਤਾਂ ਨਿਰਦਈ ਹੈ, ਜਿਹਦੇ ਵਿੱਚ ਥੋੜਾ ਜਿੰਨਾ ਵੀ ਤਰਸ ਨਹੀਂ, ਉਹਨੇ ਬਹੁਤ ਡਰਾਇਆ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਕਲਿਆਣ ਚੰਦ ਜੀ ਨੇ। ਸੁਣਤ ਤਾਣ ਇਬਰਾਹਿਮ ਬੁਲਾਰਾ ਸੁਣ ਕੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਰਾਏ ਬੁਲਾਰ ਨੇ ਇਹ ਜੋ ਆਏ ਨੇ ਉਹਨਾਂ ਦੀਆਂ ਗੱਲਾਂ ਲੋਕਾਂ ਦੀਆਂ, ਸ੍ਰੀ ਨਾਨਕ ਜੀ ਕੋ ਬਹੁ ਪਿਆਰਾ ਤੇ ਜਿਹੜੇ ਰਾਏ ਬੁਲਾਰ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਾਣ ਤੋਂ ਵੀ ਪਿਆਰੇ ਨੇ। ਪ੍ਰੀਤ ਸੰਗ ਹਿਰਦਾ ਭਰਪੂਰਨ ਤੇ ਕਹਿੰਦੇ ਭਾਈ ਪ੍ਰੇਮ ਦੇ ਨਾਲ ਰਾਏ ਬੁਲਾਰ ਜੀ ਦਾ ਵੀ ਹਿਰਦਾ ਜਿਹੜਾ ਭਾਈ ਉਹ ਪਰਿਪੂਰਨ ਹੋ ਗਿਆ ਪ੍ਰੇਮ ਸਹਿਤ। ਦਾਸ ਬੁਲਾਏ ਪਠਾਇਓ ਦੂਰਨ ਛੇਤੀ ਦਿਨੇ ਆਪਣਾ ਦਾਸ ਭੇਜ ਕੇ ਰਾਏ ਬੁਲਾਰ ਜੀ ਨੇ ਫਿਰ ਬੁਲਾਉਣਾ ਕੀਤਾ ਹੈ। ਕਮਲ ਨੈਣ ਅਨਹੁ ਮੁਝ ਐਨਾ ਤੇ ਇਸ ਤਰ੍ਹਾਂ ਭਾਈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਅਤੇ ਬਾਬਾ ਕਲਿਆਣ ਚੰਦ ਜੀ ਨੂੰ ਫਿਰ ਕਹਿੰਦੇ ਪ੍ਰੀਤ ਸੰਗ। ਪੜੋ ਦੁਬਾਰਾ ਫਿਰ ਪੰਕਤੀ। ਕਮਲ ਨੈਣ ਅਨਹੁ ਮੁਝ ਐਨਾ ਤੇ ਕਮਲ ਨੈਣ ਜਿਹੜੇ ਕਮਲ ਦੇ ਨੇਤਰਾਂ ਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੀ, ਇਹਨਾਂ ਨੂੰ ਲੈਣ ਵਾਸਤੇ ਕਾਲੂ ਸਹਿਤ ਸੇ ਹਰ ਭੈਣਾ ਤੇ ਕਾਲੂ ਬਾਬਾ ਕਲਿਆਣ ਚੰਦ ਜੀ ਦੇ ਸਮੇਤ ਗੁਰੂ ਨਾਨਕ ਦੇਵ ਜੀ ਨੂੰ ਅਤੇ ਬਾਬਾ ਕਲਿਆਣ ਚੰਦ ਜੀ ਨੂੰ ਕਹਿੰਦੇ ਜਿਸੇ ਹਰ ਭੈਣਾ, ਕਹਿਣ ਲੱਗੇ ਉਹ ਜਿਹਨੂੰ ਵਾਹਿਗੁਰੂ ਦਾ ਡਰ ਹੀ ਨਹੀਂ। ਆਸ ਕਹਿ ਕ੍ਰੋਧ ਅਧਿਕ ਮਨ ਛਾਵਾ ਇਸ ਤਰ੍ਹਾਂ ਕ੍ਰੋਧ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਕ੍ਰੋਧ ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਛਾਇਆ ਹੋਇਆ ਹੈ। ਫਰਕਤ ਅਦਰ ਰਿਜੈ ਸੁਖ ਦੁਖ ਪਾਵਾ ਤੇ ਬੁੱਲ ਹੈ ਜਿਹੜੇ ਰਾਏ ਬੁਲਾਰ ਜੀ ਦੇ ਫੜਕ ਰਹੇ ਆ ਤੇ ਹਿਰਦੇ ਦੇ ਵਿੱਚ ਬੜਾ ਰਾਏ ਬੁਲਾਰ ਜੀ ਦੁੱਖ ਮਹਿਸੂਸ ਕਰ ਰਹੇ ਨੇ। ਸੀਤਲ ਸਵਾਸ ਰੇਤ ਬਹੁ ਬਾਰੀ ਕਹਿਣ ਲੱਗੇ ਇਸ ਤਰ੍ਹਾਂ ਭਾਈ ਠੰਡੇ ਠੰਡੇ ਹੌਂਕੇ ਜੇ ਲੈਂਦੇ ਆ ਰਾਏ ਬੁਲਾਰ ਜੀ ਲੰਮੇ ਲੰਮੇ। ਮਮੁਕਰ ਹੋਤ ਅਵਗਿਆ ਭਾਰੀ ਕੀ ਕਹਿ ਰਹੇ ਆ ਲੋਕਾਂ ਨੂੰ? ਕਹਿਣ ਲੱਗੇ ਉਹ ਮੇਰੇ ਰਾਏ ਭੋਜ ਦੀ ਤਲਵੰਡੀ ਦੇ ਵਿੱਚ
ਇਹ ਨਰਾਦਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਇਹ ਅਵਗਿਆ ਹੋਈ ਹੈ। ਕਲਾਵਾਨ ਕਲਹੀਨ ਕਿਰਪਾਲਾ। ਉਹ ਤਾਂ ਕਲਾਵਾਨ ਨੇ ਤੇ ਕਲਹੀਨ, ਕਿਸ ਤਰ੍ਹਾਂ ਭਾਈ ਪਾਪਾਂ ਨੂੰ ਨਾਸ਼ ਕਰਨ ਵਾਲੇ ਹੈ ਕਿਰਪਾਲੂ ਗੁਰੂ ਨਾਨਕ ਦੇਵ ਜੀ। ਵੈ ਤਾਕੋ ਤਿਸ ਕਾਰ ਵਿਸਾਲਾ। ਓਏ ਹਵੈ ਤਾਂ ਕੋ, ਉਹਨਾਂ ਦਾ ਇਸ ਤਰ੍ਹਾਂ ਬਹੁਤ ਜ਼ਿਆਦਾ ਨਰਾਦਰ ਹੋਇਆ ਮੇਰੀ ਨਗਰੀ ਦੇ ਵਿੱਚ, ਰਾਏ ਭੋਏ ਦੀ ਤਲਵੰਡੀ ਵਿੱਚ। ਜਾਕਹਿ ਮੁਝ ਸਰੀਰ ਸਭ ਦੁਸ਼ੂ। ਉਹ ਜਿਹੜਾ ਇਹ ਉਹਨਾਂ ਦਾ ਨਰਾਦਰ ਹੋਇਆ ਨਾ, ਇਹ ਸਾਰਾ ਦੋਸ਼ ਮੇਰੀ ਨਗਰੀ ਨੂੰ ਲੱਗੂ, ਰਾਏ ਭੋਏ ਦੀ ਤਲਵੰਡੀ ਨੂੰ ਲੱਗੂ। ਦੇਖੋ ਭਾਈ, ਸਤਿਕਾਰ ਰਾਏ ਬੁਲਾਰ ਜੀ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਮਹਾਰਾਜ ਦੇ ਥੱਪੜ ਮਾਰੇ। ਮਾਰੇ ਕਿਹਨੇ? ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਿਤਾ ਨੇ ਮਾਰੇ ਭਾਈ। ਪਿਓ ਦਾ ਹੱਕ ਹੁੰਦਾ ਪੁੱਤਰ ਦੇ ਮਾਰਨ ਦਾ, ਪਰ ਰਾਜਾ ਕਿਹੋ ਜਿਹਾ ਧਰਮਾਤਮਾ, ਕਹਿਣ ਲੱਗਾ ਉਹ ਜਿਹੜੇ ਨੇ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਦੇ ਲੱਪੜ ਮਾਰ ਕੇ ਉਹਨਾਂ ਦਾ ਨਰਾਦਰ ਕੀਤਾ ਨਾ, ਕਹਿੰਦੇ ਇਹ ਵੀ ਦੋਸ਼ ਮੈਨੂੰ ਲੱਗੂਗਾ। ਇੰਨਾ ਸਤਿਕਾਰ ਰਾਜੇ ਦੇ ਅੰਦਰ, ਜਿਹੜਾ ਮੌਜੂਦਾ ਰਾਜਾ ਹੈ। ਤੇ ਦੇਖੋ ਭਾਈ, ਆਹ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਗਈਆਂ। ਕਿਸੇ ਰਾਜੇ ਨੂੰ ਲੱਗਿਆ ਓਏ ਸਾਡੇ ਰਾਜ ਦੇ ਵਿੱਚ ਮਹਾਰਾਜ ਦੀ ਬੇਅਦਬੀ ਹੋ ਗਈ, ਸਾਨੂੰ ਮਰ ਜਾਣਾ ਚਾਹੀਦਾ। ਕਿਸੇ ਰਾਜੇ ਨੇ ਟੌਰਾਂ ਕੱਢ ਕੇ ਇਦਾਂ ਹੀ ਭਾਈ ਫਿਰਦੇ ਰਹੇ, ਕੋਈ ਮਹਾਰਾਜ ਦੀ ਬੇਅਦਬੀ ਦਾ ਕਿਸੇ ਦੇ ਥੋੜਾ ਜਿੰਨਾ ਵੀ ਰਾਜੇ ਮਹਾਰਾਜਾ ਦੇ ਉਹ ਮੁੱਖ ਦੇ ਉੱਪਰ ਨਹੀਂ ਆਇਆ ਵੀ ਸਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ। ਸ਼ਹਿਨਸ਼ਾਹ ਦੀ, ਜਿਹੜਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਆ, ਉਹਦੀ ਬੇਅਦਬੀ ਹੋਈ ਹੈ, ਕਿਸੇ ਰਾਜੇ ਦੇ ਨਹੀਂ ਆਇਆ। ਪਰ ਉਹ ਜਿਹੜਾ ਰਾਜਾ ਸੀ ਭਾਈ ਰਾਏ ਬੁਲਾਰ ਧਰਮਾਤਮਾ ਰਾਜਾ, ਸਤ ਪ੍ਰਤੱਗੀ ਰਾਜਾ, ਉਹ ਕਹਿਣ ਲੱਗਾ ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਭਾਈ ਇਹ ਨਰਾਦਰ ਹੋਇਆ, ਇਹਦਾ ਸਾਰਾ ਦੋਸ਼ ਸਾਨੂੰ ਲੱਗੂਗਾ। ਇਹ ਆਖਿਆ ਰਾਏ ਬੁਲਾਰ ਜੀ ਨੇ। ਤੇ ਅਸੀਂ ਭਾਈ ਜਿੰਨੇ ਵੀ ਸੰਸਾਰ ਦੇ ਵਿੱਚ ਆ ਕਲਯੁਗ ਦੇ ਵਿੱਚ ਹੁਣ 2022 ਵਾਲੇ ਸਿੱਖ ਹੈ, ਅਸੀਂ ਕਿਸੇ ਨੇ ਨਹੀਂ ਸੋਚਿਆ ਵੀ ਇਹ ਦੋਸ਼ ਸਾਡੇ ਤੇ ਲੱਗੂਗਾ। ਮਹਾਰਾਜ ਦੀ ਬੇਅਦਬੀ ਹੋਈ ਹੈ, ਕਿਸੇ ਦੇ ਸਾਡੇ ਮਨ ਦੇ ਵਿੱਚ ਨਹੀਂ ਆਈ। ਰਾਹੂ ਵਿਚਾਰ ਭਾਈ, ਉਹ ਰਾਏ ਬੁਲਾਰ ਜੀ ਆਖ ਰਹੇ ਆ ਜਿਹੜਾ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਨਰਾਦਰ ਹੋਇਆ ਨਾ, ਇਹ ਸਾਰਾ ਮੈਨੂੰ ਲੱਗੂਗਾ, ਕਿਉਂਕਿ ਮੈਂ ਮੌਜੂਦਾ ਰਾਜਾ ਰਾਏ ਭੋਏ ਦੀ ਤਲਵੰਡੀ ਦਾ। ਤੇ ਇਸ ਤਰ੍ਹਾਂ ਭਾਈ ਬਹੁਤ ਜ਼ਿਆਦਾ ਝੂਰਦਾ ਰਾਏ ਬੁਲਾਰ ਜੀ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਮਨ ਦੇ ਵਿੱਚ, ਤੇ ਆਪਣੇ ਸੁੱਖਾਂ ਦੇ ਸਮੁੰਦਰ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਤੇ ਬਾਬਾ ਕਲਿਆਣ ਚੰਦ ਜੀ ਨੂੰ, ਜਿਹੜਾ ਦਾਸ ਬਾਬਾ ਰਾਏ ਬੁਲਾਰ ਜੀ ਨੇ ਭੇਜਣਾ ਕੀਤਾ ਹੈ, ਉਹ ਦਾਸ ਫਿਰ ਰਾਏ ਬੁਲਾਰ ਦੇ ਕੋਲ ਆ ਪਹੁੰਚਿਆ ਬਾਬਾ ਕਲਿਆਣ ਚੰਦ ਜੀ ਨੂੰ ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਲੈ ਕੇ। ਤੇ ਬਹੁਤ ਜ਼ਿਆਦਾ ਜੋ ਪ੍ਰੇਮ ਹੈ ਮਹਾਰਾਜ ਦੇ ਰੂਪ ਵੇਖ ਕੇ, ਅਥਵਾ ਬਹੁਤ ਜ਼ਿਆਦਾ ਮਹਾਰਾਜ ਦੇ ਪ੍ਰੇਮ ਰੱਖਣ ਵਾਲਾ ਜੋ ਰਾਏ ਬੁਲਾਰ ਹੈ, ਕਹਿੰਦੇ ਭਾਈ ਪੂਰਨ ਔਰ ਬਾਰਾ ਪਰਿਪੂਰਨ ਤੌਰ ਤੇ ਹੀ ਤੇ ਹਿਰਦੇ ਦੇ ਵਿੱਚੋਂ ਉਹ ਬਰਾਗ ਉਛਲ ਰਿਹਾ ਤੇ ਨੇਤਰਾਂ ਦੇ ਵਿੱਚੋਂ ਜਲ ਡਿੱਗ ਰਿਹਾ ਹੈ। ਤੇ ਇਸ ਤਰ੍ਹਾਂ ਭਾਈ ਲੋਚਣਾ ਨੇਤਰਾਂ ਦੇ ਦਰਵਾਜ਼ੇ ਰਾਹੀਂ ਨਾ, ਕਹਿੰਦੇ ਰਾਏ ਬੁਲਾਰ ਜੀ ਦੇ ਤੇ ਜਲ ਦਾ ਫੁਹਾਰਾ ਛੁੱਟਿਆ, ਭਾਵ ਨੇਤਰਾਂ ਵਿੱਚੋਂ ਇੰਨਾ ਜਲ ਰਾਏ ਬੁਲਾਰ ਜੀ ਦੇ ਅੱਖਾਂ ਦੇ ਵਿੱਚੋਂ ਡਿੱਗਿਆ, ਮੰਨ ਲਓ ਵੀ ਜਿਵੇਂ ਫੁਹਾਰਾ ਚੱਲਦਾ ਹੋਵੇ। ਕਹਿਣ ਲੱਗੇ ਭਾਈ ਉਹ ਜਿਹੜੇ ਭਏ ਜਲਜ ਤੇ ਜਲਦ ਸਜਲ ਸੀ, ਕਹਿੰਦੇ ਜਿਸ ਤਰ੍ਹਾਂ ਜਲ ਦੇ ਸਹਿਤ ਬੱਦਲ ਹੁੰਦੇ ਹਨ ਆਕਾਸ਼ ਦੇ ਵਿੱਚ ਜਦੋਂ ਪਾਣੀ ਦੇ ਭਰੇ ਹੋਣ, ਤੇ ਕਹਿੰਦੇ ਭਾਈ ਫਿਰ ਉਹ ਆਪਣੀ ਇੱਕ ਰੂਪ ਵਰਖਾ ਉਹ ਧਰਤੀ ਦੇ ਉੱਪਰ ਭਾਈ ਬਰਸਾਤ ਛਿੜਕਦੇ ਆ, ਮੀਂਹ ਬਰਸਾਉਂਦੇ ਨੇ ਬੱਦਲ ਪਾਣੀ ਦੇ ਭਰੇ ਹੋਏ ਇੱਕ ਰਸ। ਇਸ ਤਰ੍ਹਾਂ ਰਾਏ ਬੁਲਾਰ ਜੀ ਦੇ ਅੱਖਾਂ ਦੇ ਵਿੱਚੋਂ ਜਲ ਡਿੱਗ ਰਿਹਾ, ਜਿਵੇਂ ਕਹਿੰਦੇ ਆਕਾਸ਼ ਦੇ ਵਿੱਚੋਂ ਬੱਦਲ ਧਰਤੀ ਤੇ ਮੀਂਹ ਪਾਉਂਦੇ ਆ। ਤੇ ਫਿਰ ਤੂਰਨ ਤਜ ਕਰ ਉੱਠਿਓ ਪ੍ਰਿਯੰਕਾ, ਜਿਹੜੇ ਪਲੰਗ ਤੇ ਰਾਏ ਬੁਲਾਰ ਬੈਠਾ ਸੀ ਨਾ, ਛੇਤੀ ਦਿਨੇ ਉਹਨੂੰ ਛੱਡ ਕੇ ਰਾਏ ਬੁਲਾਰ ਜੀ ਨੇ ਉੱਠਣਾ ਕੀਤਾ ਹੈ। ਤੇ ਬਹੁਤ ਜ਼ਿਆਦਾ ਸਤਿਕਾਰ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ, ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਗਲਵੱਕੜੀ ਦੇ ਵਿੱਚ ਲੈ ਲੈਣਾ ਕੀਤਾ ਹੈ। ਤੇ ਇਸ ਤਰ੍ਹਾਂ ਭਾਈ ਗਦ ਗਦ ਬਹੁਤ ਜ਼ਿਆਦਾ ਪ੍ਰੇਮ ਦੇ ਵਿੱਚ ਹਿਰਦਾ ਬਾਬਾ ਕਲਿਆਣ ਚੰਦ ਜੀ ਦਾ ਹੋਇਆ, ਬਾਬਾ ਰਾਏ ਬੁਲਾਰ ਦਾ ਹੋਇਆ ਪਿਆ। ਕਹਿੰਦੇ ਗਿਰਾ ਅਸਰ ਬਹਿ ਬਾਰੀ, ਕਹਿੰਦੇ ਭਾਈ
ਇਸ ਤਰ੍ਹਾਂ ਉਹ ਜਿਹੜਾ ਗਲਾ ਹੈ ਉਹ ਗਦਗਦ ਹੋਇਆ ਪਿਆ, ਵਿਰਾਗ ਆਇਆ ਪਿਆਗਾ ਤੇ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਰਾਏ ਬੁਲਾਰ ਜੀ ਦੇ। ਆਗਤ ਹੋਏ ਕਰੁਣਾ ਧਾਰੀ ਜਿੰਨੇ ਕਿਰਪਾ ਧਾਰਨ ਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅੰਗ ਸਨ, ਉਹ ਸਾਰੇ ਕਹਿੰਦੇ ਭਿਓ ਦਿੱਤੇ ਨੇ ਰਾਏ ਬੁਲਾਰ ਜੀ ਨੇ। ਬੋਲਣ ਜਹਤ ਨਾ ਆਵਤ ਬਾਣੀ ਤੇ ਬੋਲਣਾ ਚਾਹੁੰਦੇ ਆ ਰਾਏ ਬੁਲਾਰ ਜੀ, ਕਹਿੰਦੇ ਨਾ ਆਵਤ ਬਾਣੀ, ਪਰ ਉਹਨਾਂ ਦੇ ਭਾਈ ਆਵਾਜ਼ ਨਹੀਂ ਨਿਕਲ ਰਹੀ। ਇਸ ਕਰਕੇ ਸੰਘ ਦੇ ਵਿੱਚ ਉਹ ਵਿਰਾਗ ਰੂਪੀ ਜਲ ਆਇਆ ਹੋਇਆ, ਬੋਲਣਾ ਚਾਹੁੰਦੇ ਆ ਪਰ ਆਵਾਜ਼ ਨਹੀਂ ਨਿਕਲ ਰਹੀ ਰਾਏ ਬੁਲਾਰ ਜੀ ਦੀ। ਮਹਾਮੋਹ ਮੈਂ ਮਤਲਬ ਪਟਾਨੀ ਜਿਹਦੇ ਬਹੁਤ ਜ਼ਿਆਦਾ ਮੋਹ ਦੇ ਵਿੱਚ ਰਾਏ ਬੁਲਾਰ ਜੀ ਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ, ਜੋ ਉਹਨਾਂ ਦੀ ਭਾਈ ਬੁੱਧੀ ਲਪਾਏਮਾਨ ਹੋਈ ਸੀ, ਉਹਨਾਂ ਦੇ ਬੜੇ ਪ੍ਰੇਮ ਦੇ ਵਿੱਚ। ਨਿਕਟ ਜੇ ਨਾਲੇ ਕਰਨਾ ਮਨ ਠਾਨਹਿ ਇਸ ਤਰ੍ਹਾਂ ਭਾਈ ਕਹਿੰਦੇ, ਕਵੀ ਜੀ ਕਹਿੰਦੇ, ਨਿਕਟ ਜੇ ਨਰ ਕਰਨਾ ਮਨ ਠਾਨਾ ਹੈ। ਤੇ ਜਿੰਨੇ ਵੀ ਹੋਰ ਨੇੜੇ ਲੋਕ ਖੜੇ ਆ, ਜਿਹੜੇ ਭਾਈ ਆਏ ਨੇ ਰਾਏ ਬੁਲਾਰ ਜੀ ਦੇ ਕੋਲ, ਉਹਨਾਂ ਨੇ ਵੀ ਬੜਾ ਤਰਸ ਕਰਕੇ, ਕਾਲੂ ਤੋਂ ਕਸੀਲ ਪਹਿਚਾਨਹਿ ਤੇ ਜਿਹੜੇ ਬਾਬਾ ਕਲਿਆਣ ਚੰਦ ਜੀ ਖੜੇ ਆ ਨਾ, ਉਹ ਬਹੁਤ ਕਠੋਰ ਹਿਰਦੇ ਵਾਲੇ ਜਾਣਦੇ ਵੀ ਬੜਾ ਇਹ ਕਠੋਰ ਸੁਭਾਅ ਦਾ ਇਨਸਾਨ ਹੈ। ਬਾਬੇ ਕਲਿਆਣ ਚੰਦ ਜੀ ਨੂੰ ਇਸ ਤਰ੍ਹਾਂ ਜਾਣ ਰਹੇ ਨੇ। ਰਾਏ ਸੁਨਾਏ ਬਚਨ ਕਹਿ ਨਿੰਦਹਿ ਤੇ ਫਿਰ ਰਾਏ ਬੁਲਾਰ ਜੀ ਕਹਿ ਕੇ ਆਖ ਰਹੇ ਨੇ, ਇਸ ਤਰ੍ਹਾਂ ਫਿਰ ਬਾਬੇ ਕਲਿਆਣ ਚੰਦ ਜੀ ਨੂੰ ਨਿੰਦ ਰਹੇ ਨੇ। ਦੂਰ ਕਰਮ ਕੀਨੋ ਮਨ ਬਿੰਦਹਿ ਤੇ ਮਨ ਦੇ ਵਿੱਚ ਜਾਣਦੇ ਆ ਵੀ ਇਹਨੇ ਬੜਾ ਕੁਕਰੂਰ ਕਰਮ ਕੀਤਾ, ਬੜਾ ਭੈੜਾ ਮੰਦਾ ਕਰਮ ਕੀਤਾ ਹੈ ਬਾਬਾ ਕਲਿਆਣ ਚੰਦ ਜੀ ਨੇ। ਨੀਲ ਕਪੂਰ ਬਿਲੋਕਤ ਲੁਚਨ ਤੇ ਫਿਰ ਆਪਣੇ ਨੇਤਰਾਂ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਗੱਲਾਂ ਦੇ ਉੱਪਰ ਉਹ ਜੋ ਨੀਲ ਪਏ ਹੋਏ ਆ, ਉਹ ਵੀ ਵੇਖ ਰਹੇ ਨੇ। ਤੇ ਇਸ ਤਰ੍ਹਾਂ ਭਾਈ ਮਿਰਦਲ ਲਖਿਆ ਹੈ, ਇਸ ਤਰ੍ਹਾਂ ਕੋਮਲ ਸੁਭਾਅ ਜਾਣ ਕੇ ਤੇ ਅਸੁਰ ਮੋਚਨ ਤੇ ਭਾਈ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਧੀਰਜ ਧਰ ਕੇ ਨਾ ਭਾਈ, ਇਸ ਤਰ੍ਹਾਂ ਜਦੋਂ ਗੱਲਾਂ ਦੇ ਉੱਪਰ ਨੀਲ ਵੇਖੇ, ਨੇਤਰਾਂ ਵਿੱਚੋਂ ਜਲ ਡਿੱਗ ਰਿਹਾ ਤੇ ਗਲ ਦੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਰਹੀ, ਫਿਰ ਧੀਰਜ ਦਾ ਧਰ ਕੇ ਰਾਏ ਬੁਲਾਰ ਜੀ ਨੇ ਬੋਲਣਾ ਕੀਤਾ ਹੈ। ਉਹ ਕਹਿੰਦੇ ਤੂੰ ਬੜੇ ਗੁੱਸੇ ਦੇ ਵਿੱਚ ਆ ਕੇ ਕਰੜੇ ਸੁਭਾਅ ਦੇ ਨਾਲ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਤੂੰ ਬੋਲਣਾ। ਰਾਏ ਬੁਲਾਰ ਜੀ ਨੇ ਬਾਬੇ ਕਲਿਆਣ